ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 372 ਅੰਗ ਦੇ ਉੱਤੇ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 372 ਪੰਜਵੀਂ ਪਾਤਸ਼ਾਹੀ ਦੇ ਆਸਾ ਰਾਗ ਦੇ ਵਿੱਚ ਸ਼ਬਦ ਜਿਹੜੇ ਹੈਗੇ 6ਵਾਂ ਸ਼ਬਦ ਲੈ ਰਹੇ ਹਾਂ। ਇਹ 37 ਸ਼ਬਦ ਜਿਹੜੇ ਹੈਗੇ ਇੱਕ ਲੜੀ ਦੇ ਵਿੱਚ ਹੈਗੇ, ਇੱਕ ਸਬਜੈਕਟ ਦੇ ਉੱਤੇ ਮਹਾਰਾਜ ਨੇ ਦਿੱਤੇ ਆ। ਮਾਲਕ ਪਰਮਾਤਮਾ ਦੇ ਨਾਲ ਪਿਆਰ, ਉਹਦੇ ਵਾਸਤੇ ਜਿਹੜੀਆਂ ਹੈਗੀਆਂ ਕੀ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਣੀਆਂ, ਕੀ ਲੈਣੀਆਂ ਆ, ਇਹ ਸਾਰਾ ਜਿਹੜਾ ਹੈਗਾ ਬਾਣੀ ਜਿਹੜੀ ਹੈ ਇਸੇ ਦੇ ਵਾਸਤੇ ਜਿਹੜੀ ਹੈਗੀ ਆ। ਇਹ ਬਾਣੀ ਦੀ ਐਗਜ਼ਿਸਟੈਂਸ ਹੈਗੀ ਕਿ ਜਿਹੜੇ ਇਨਸਾਨ ਦੇ ਜਾਮੇ ਦੇ ਵਿੱਚ ਹੈਗੇ ਆ ਅਤੇ ਬਾਣੀ ਤੋਂ ਲਾਭ ਲੈ ਸਕਣ, ਔਰ ਜਿਹੜਾ ਥੋੜ੍ਹਾ ਜਿਹਾ ਜੀਵਨ ਆਪਾਂ ਨੂੰ ਮਿਲਿਆ ਹੋਇਆ ਆ, ਜਿਹੜੇ ਸਵਾਸ ਮਿਲੇ ਹੋਏ ਆ, ਉਹਦੇ ਵਿੱਚ ਹੀ ਆਪਾਂ ਜਿਹੜੀ ਹੈਗੀ ਹੈ ਯਾਤਰਾ ਪੂਰੀ ਕਰ ਸਕੀਏ। ਆਸਾ ਮਹੱਲਾ ਪੰਜਵਾਂ। ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭਾਇਆ। ਪਰਦੇਸ ਝਾਗ ਸੌਦੇ ਕੋ ਆਇਆ। ਹੁਣ ਦੇਖ ਲਓ ਆਪਾਂ ਜਿਹੜੇ ਹੈਗੇ ਆ ਕਿੰਨਾ ਕੁ ਪਰਦੇਸ 'ਚੋਂ ਆ ਰਹੇ हैं ਇਸ ਸੌਦੇ ਦੇ ਵਾਸਤੇ। ਇਹ ਜਿਹੜੀ ਹੈਗੀ ਸੌਦਾ ਕੀ ਹੈਗਾ? ਸੌਦਾ ਹੈਗਾ ਪਰਮੇਸ਼ਰ ਦਾ ਨਾਮ, ਕਿਉਂਕਿ ਇਹਦੇ ਨਾਲ ਪਰਮੇਸ਼ਰ ਤੱਕ ਐਕਸੈਸ ਹੋਣੀ ਆ। ਔਰ ਇਹਦੇ ਨਾਲ ਜਿਹੜਾ ਹੈਗਾ ਇਹ ਪਰਦੇਸ ਤੋਂ ਜਿਹੜੇ ਝਾਗ ਕਰਕੇ ਆ ਰਹੇ ਆਪਾਂ, ਇੰਨੀਆਂ ਹੀ ਜਿਹੜੇ ਹੈਗੇ ਪਰਦੇਸ ਭਰਮਣ ਕਰਕੇ ਜਿਹੜੇ ਹੈਗੇ ਆ ਰਹੇ ਆ। 84 ਲੱਖ ਜੂਨਾਂ ਹੈਗੀਆਂ ਪਰਦੇਸ ਦੀਆਂ, ਤਾਂ ਜਾ ਕੇ ਜਿਹੜਾ ਹੈਗਾ ਇੱਕ ਮਨੁੱਖੀ ਜੂਨ ਲੱਭਦੀ ਆ ਆਪਾਂ ਨੂੰ। ਕਹਿੰਦੇ ਮਹਾਰਾਜ ਕਹਿ ਰਹੇ ਪੰਜਵੀਂ ਪਾਤਸ਼ਾਹੀ, ਕਹਿੰਦੇ ਬੜਾ ਮੈਂ ਬਹੁਤ ਇਸ ਸੌਦੇ ਦੇ ਵਾਸਤੇ ਬੜੀ ਦੂਰੋਂ ਆ ਰਿਹਾ। ਮੈਂ ਬੜੇ ਜਿਹੜੇ ਹੈਗੇ ਕਸ਼ਟ ਉਠਾਏ ਆ ਮੈਂ ਇਸ ਸੌਦੇ ਦੇ ਵਾਸਤੇ। ਹੁਣ ਮੈਨੂੰ ਮਨੁੱਖੀ ਜੂਨ ਲੱਭੀ ਆ। ਇਹ ਸੌਦਾ ਕਰਨ ਦੇ ਵਾਸਤੇ ਆਪਾਂ ਨੂੰ ਇਹ ਸਰੀਰ ਮਿਲਿਆ ਆ ਭਾਈ, ਮਨੁੱਖੀ ਸਰੀਰ। ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭ ਆਇਆ। ਕਹਿੰਦੇ ਮੈਂ ਗੁਰੂ ਦੀ ਮੱਤ ਜਿਹੜੀ ਹੈਗੀ ਆ, ਜਿਹੜੇ ਬ੍ਰਹਮ ਗਿਆਨੀ ਹੈਗੇ ਆ, ਜਿਹੜੇ ਧਿਆਨ ਸਿਮਰਨ ਕਰਨ ਵਾਲੇ ਹੈਗੇ ਆ, ਕਹਿੰਦੇ ਸੁਣਿਆ ਮੈਂ ਉਹਨਾਂ ਕੋਲੋਂ ਬਈ ਇਹ ਬੜੀ ਜਿਹੜੀ ਹੈਗੀ, ਇਹਦੇ ਵਰਗੀ ਤਾਂ ਕੋਈ ਚੀਜ਼ ਹੀ ਨਹੀਂ ਆ। ਇੰਨੀ ਕੀਮਤੀ ਹੈਗੀ, ਇੰਨੀ ਲਾਭਦਾਇਕ ਹੈਗੀ ਹੈ ਇਹ ਨਾਮ ਵਾਲੀ ਵਸਤੂ। ਵਸਤ ਅਨੂਪ ਸੁਣੀ ਲਾਭਾਇਆ, ਗੁਣ ਰਾਸ ਬਨ ਪੱਲੇ ਆਨੀ। ਹੁਣ ਇਹ ਮਿਲਦੀ ਕਿਵੇਂ ਹੈਗੀ? ਕੀ ਦੇਣਾ ਪੈਂਦਾ ਇਹਦੇ ਵਾਸਤੇ? ਇਹਦਾ ਮੁੱਲ ਕੀ ਹੈਗਾ? ਕਹਿੰਦੇ ਇਹਦਾ ਮੁੱਲ ਹੈਗਾ ਗੁਣ। ਸਤ ਸੰਤੋਖ ਦਇਆ ਧਰਮ ਧੀਰਜ, ਇਹ ਮੋਟੇ ਗੁਣ ਜਿਹੜੇ ਹੈਗੇ ਆਪਾਂ, ਗਰੀਬੀ, ਇਹ ਜਿਹੜੀ ਹੈਗੀ ਆ, ਹੋਰ ਜਿਹੜਾ ਹੈਗਾ ਦੂਸਰਿਆਂ ਨੂੰ ਮਾਫ ਕਰ ਦੇਣਾ, ਇਹ ਸਾਰੇ ਗੁਣ ਜਿਹੜੇ ਹੈਗੇ, ਇਹ ਗੁਣ ਕਹਿੰਦੇ ਇਹ ਰਾਸ਼ੀ ਚਾਹੀਦੀ ਹੈ ਭਾਈ। ਜੇ ਸੌਦਾ ਚਾਹੀਦਾ ਆਪਾਂ ਨੂੰ, ਇਹ ਨਾਮ ਵਾਲੀ ਵਸਤੂ ਚਾਹੀਦੀ ਆ। ਤੇ ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭਾਇਆ। ਗੁਣ ਰਾਸ ਬਨ ਪੱਲੇ ਆਣੀ, ਦੇਖ ਰਤਨ ਏ ਮਨ ਲਪਟਾਨੀ। ਔਰ ਫਿਰ ਮਾਲ ਕਿਤੇ ਮਾੜਾ ਮੋਟਾ ਜਿਹੜਾ ਹੈਗਾ, ਕਹਿੰਦੇ ਇਸ ਰਤਨ ਨੂੰ ਦੇਖਣ ਵਾਸਤੇ ਦੇਖ ਕੇ ਕਹਿੰਦੇ ਮਨ ਜਿਹੜਾ ਹੈਗਾ ਪੂਰਾ ਹੀ ਲੱਟੂ ਹੋ ਗਿਆ, ਕਹਿੰਦਾ ਬਸ ਇਹ ਰਤਨ ਦੇ ਉੱਤੇ। ਦੇਖ ਰਤਨ ਇਹ ਮਨ ਲਪਟਾਨੀ। ਸ਼ਾਹ ਵਪਾਰੀ ਦੁਆਰੇ ਆਏ। ਕਹਿੰਦੇ ਸ਼ਾਹ ਜਿਹਦੇ ਕੋਲ ਰਤਨ ਹੈਗਾ, ਕਹਿੰਦੇ ਆ ਗਏ ਭਾਈ, ਵਪਾਰੀ ਆ ਗਏ। ਸ਼ਾਹ ਵਪਾਰੀ ਦੁਆਰੇ ਆਏ। ਇਸ ਰਤਨ ਦੇ ਖਰੀਦਦਾਰ ਆ ਗਏ ਭਾਈ।
ਗੁਰੂ ਦੇ ਕੋਲ ਗੁਰੂ ਦੇ ਦੁਆਰਾ ਮਿਲਣਾ ਹੈ। ਮਾਲਕ ਪਰਮਾਤਮਾ ਨੇ ਗੁਰੂ ਨੂੰ ਦਿੱਤਾ ਹੋਇਆ ਹੈ ਜਿਹੜਾ ਹੈਗਾ ਇਹ ਬ੍ਰਹਮ ਗਿਆਨੀਆਂ ਨੂੰ, ਸਤਿਗੁਰੂ ਨੂੰ, ਸ਼ਾਹੂਕਾਰ ਹੈਗਾ। ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕਾਢੋ ਸੌਦਾ ਕਰਾਏ। ਕਹਿੰਦੇ ਵੱਖਰ ਕਾਢੋ, ਦਿਖਾਓ ਭਾਈ ਹੁਣ ਆ ਗਏ ਆ, ਸਾਨੂੰ ਆ ਵੱਖਰ ਚਾਹੀਦਾ ਹੈ, ਬਈ ਆਪਾਂ ਸੌਦਾ ਕਰੀਏ। ਹੁਣ ਗੁਣ ਰਾਸ ਹੈਗੀ ਆ ਪੱਲੇ, ਪੋਟਲੀ ਹੈਗੀ ਗੁਣਾਂ ਦੀ। ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕਾਢੋ ਸੌਦਾ ਕਰਾਏ। ਰਹਾਓ शाहे पठाया शाहे पास। लो इधर दो शाहूकार हो गए। कहते वड्डा जिहड़ा शाहूकार हैगा वो मालक परमात्मा, उन्हें गुरु नूं मिलाया हैगा, उन्हें गुरु नूं मिलाया हैगा। आपां ये गुरु जिहड़ा हैगे आ, गुरु जिहड़े हैगे ये ब्रह्म ਗਿਆਨੀ ਜਿਹੜੇ ਹੈਗੇ, ब्रह्म ਗਿਆਨ ਜਿਹੜਾ ਹੈਗਾ ਇਹਨਾਂ ਦੇ ਕੋਲ ਕੌਣ ਭੇਜਦਾ ਹੈ? ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਕੋਲ ਡਿਮਾਂਡ ਆਪਣੀ ਜਾਣੀ ਹੈ। ਬਾਈ ਵੀ ਅਸੀਂ ਤੇਰੀ ਭਗਤੀ ਕਰਨਾ ਚਾਹੁੰਦੇ ਹਾਂ, ਅਸੀਂ ਨਾਮ ਰੂਪੀ ਸੌਦਾ ਵਿਆਜਣਾ ਚਾਹੁੰਦੇ ਹਾਂ। ਅੱਛਾ ਜੀ, ਫਿਰ ਤਾਂ ਜੀ ਮੈਂ ਦੇਖਦਾ ਜੀ, ਮਾਫ ਕਰਨਾ, ਨਾ ਕੱਲ ਤੋਂ ਹੀ ਸ਼ੁਰੂ ਹੋ ਗਿਆ ਇਸ ਤਰ੍ਹਾਂ ਦਾ। ਇੱਕ ਸੈਕਿੰਡ, ਵਾਹਿਗੁਰੂ। शाह व्यापारी द्वारे आए, सौदा काढ़ो वक्खर काढ़ो सौदा कराए, वक्खर काढ़ो सौदा कराए। ऐसे आवाज बहुत सोहनी आ रही है। ओके जी, ओके, बहुत बढ़िया। शाह व्यापारी हुण पूरी ठीक है जी। हाँ जी, हाँ जी, बिल्कुल, चलो बिल्कुल ठीक है जी। शाह व्यापारी द्वारे आए, ਵੱਖਰ ਕਾਢੋ ਸੌਦਾ ਕਰਾਏ। ਕਹਿੰਦੇ ਆ ਗਏ ਭਾਈ, ਉਹ ਨਾਮ ਦੇ ਵਪਾਰੀ ਆ ਗਏ ਆ, ਸ਼ਾਹ ਨੂੰ ਕਹਿ ਰਹੇ ਆ ਵੀ ਸੌਦਾ ਦਿਖਾਓ, ਸਾਨੂੰ ਕੱਢੋ, ਹੁਣ ਅਸੀਂ ਤਾਂ ਖਰੀਦਣਾ ਆ। ਵੱਖਰ ਕਾਢੋ ਸੌਦਾ ਕਰਾਏ। ਵੱਖਰ ਬਈ ਆਪਾਂ ਮੈਨੂੰ ਮਾਲ ਦਿਖਾਓ ਭਾਈ ਤੇ ਸੌਦਾ ਕਰੀਏ ਆਪਾਂ। ਰਹਾਓ। ਮਾਈਕ ਬੰਦ ਕਰ ਦੇਣਾ ਜੀ, ਕਿੰਨਾ ਦਾ ਖੁੱਲ੍ਹਾ ਹੈ। शाहे पठाया शाहे पास, अमोल रतन अमोला रास। कहते वो मालक परमात्मा ने गुरु के कोल पठाया है पाए, जिहड़ा रतन विहाजना है, किम विहाजना है, की करना है, किस तरीके दे नाल ये बिजनेस होना है। शाहे पठाया शाहे पास, अमोल रतन अमोला रास। कहते भाई ये रतन इन्ना अमोलक आ, ਇਹ ਰਾਸ਼ੀ ਵੀ ਇੰਨੀ ਅਮੋਲਕ ਆ, ਇਹ ਗੁਣਾਂ ਵਾਲੀ ਰਾਸ਼ੀ ਜਿਹੜੀ ਹੈਗੀ ਆ ਇਹ ਵੀ ਬਹੁਤ ਅਮੋਲਕ ਆ ਭਾਈ। ਅਮੋਲ ਆ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਅਮੋਲ ਰਤਨ ਅਮੋਲਾ ਰਾਸ, ਇੰਨਾ ਕੀਮਤੀ ਹੈਗਾ ਇਹ ਨਾਮ ਰਤਨ। ਵਿਸ਼ਟ ਸੁਭਾਈ ਪਾਇਆ ਮੀਤ। ਕਹਿੰਦੇ ਮੈਨੂੰ ਜਿਹੜਾ ਹੈਗਾ ਇੰਨਾ ਵਿਸ਼ਟ ਸੁਭਾਈ, ਕਹਿੰਦੇ ਆ ਦੇਵਤਿਆਂ ਵਰਗੇ ਸੁਭਾਅ ਵਾਲਾ, ਇੰਨਾ ਜਿਹੜਾ ਹੈਗਾ ਚੰਗੇ ਸੁਭਾਅ ਵਾਲਾ ਮੇਰਾ ਮਿੱਤਰ ਵਿਚੋਲਾ। ਆ ਕਿਸੇ ਦਾ ਮਾਈਕ ਵਿੱਚ ਜੀ ਖੁੱਲ੍ਹਾ, ਇੱਕ ਸੈਕਿੰਡ, ਇਹਦੇ ਨਾਲ ਵੀ ਬੰਦ ਹੋ ਗਿਆ, ਮਾਈਕ ਨਾ ਖੋਲੋ ਜੀ। ਬੰਦ ਹੋ ਗਿਆ। ਹਾਂਜੀ ਹਾਂਜੀ। ਵਿਸ਼ਟ ਸੁਭਾਈ ਪਾਇਆ ਮੀਤ, ਸੌਦਾ ਮਿਲਿਆ ਨਿਹਚਲ ਚੀਤ। ਵਿਸ਼ਟ ਸੁਭਾਈ ਕਹਿੰਦੇ ਇੰਨਾ ਚੰਗੇ ਸੁਭਾਅ ਵਾਲਾ, ਦੇਵਤਿਆਂ ਵਰਗੇ ਸੁਭਾਅ ਵਾਲਾ, ਗੁਣਾਂ ਵਾਲਾ ਮਿੱਤਰ ਮੈਨੂੰ ਮਿਲ ਗਿਆ। ਉਹ ਮੈਨੂੰ ਜਿਹੜਾ ਹੈਗਾ ਬਿਲਕੁਲ ਪਿਆਰ ਦੇ ਨਾਲ ਜਿਹੜਾ ਹੈਗਾ ਮੈਨੂੰ ਇਹ ਜਿਹੜੇ ਗੁਣ ਵਿਹਾਜਣ ਵਾਸਤੇ ਜਿਹੜਾ ਹੈਗਾ
ਇਹ ਰਾਸ਼ੀ ਇਕੱਠੀ ਕਰਨ ਵਾਸਤੇ ਜਿਹੜਾ ਹੈਗਾ ਮੇਰੀ ਮਦਦ ਕੀਤੀ ਉਹਨੇ। अमोल रतन अमोला शाहे पठाया शाहे पास, अमोल रतन अमोला रास, विष्ट सुभाई पाया अमीत, सौदा मिलिया निश्चल चीत। इस तरह ਜਿਹੜਾ ਹੈਗਾ ਸੌਦਾ ਮਿਲਦਾ ਹੈ, ਨਿਸ਼ਚਲ ਚਿੱਤ ਨਿਸ਼ਚਲ ਹੋ ਜਾਂਦਾ ਹੈ, ਵਿਚਾਰ ਬੰਦ ਹੋ ਜਾਂਦੇ ਆ, ਅਵਗੁਣ ਖਤਮ ਹੋ ਜਾਂਦੇ ਆ। ਇਸ ਸੌਦੇ ਦੇ ਵਾਸਤੇ ਦੇਖ ਲਓ ਭਾਈ, ਆਹ ਹੈਗੀ ਪ੍ਰਕਿਰਿਆ ਸਾਰੀ ਦੀ ਸਾਰੀ। ਇਹ ਮਾਲਕ ਪਰਮਾਤਮਾ ਦੇ ਅੱਗੇ ਉਸ ਨੂੰ ਸ਼ਾਹੂਕਾਰ ਨੂੰ ਜਿਹੜਾ ਹੈਗਾ ਮੇਨ ਉਹਨੂੰ ਜਿਹੜਾ ਹੈਗਾ ਉਹਦੇ ਕੋਲ ਡਿਮਾਂਡ ਜਾਣੀ ਹੈ ਬਈ ਮੈਂ ਆਹ ਸੌਦਾ ਚਾਹੁੰਦਾ ਆ। ਬਸ ਜੇ ਮਾਇਆ ਦੇ ਸੌਦੇ ਚਾਹੁੰਦੇ ਉਹ ਤਾਂ ਦੁਨੀਆ ਕਰ ਰਹੀ ਹੈ, ਮਾਲਕ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਉਹਨੂੰ ਕੇਅਰ ਤਾਂ ਜਿਹੜਾ ਇਸ ਸੌਦੇ ਦਾ ਵਪਾਰੀ ਹੁੰਦਾ ਹੈ ਉਹਦੇ ਵਾਸਤੇ ਫਿਰ ਉਹਨੂੰ ਸਪੈਸ਼ਲ ਜਿਹੜਾ ਅਰੇਂਜਮੈਂਟ ਕਰਨਾ ਪੈਂਦਾ ਹੈ, ਗੁਰੂ ਨੂੰ ਮਿਲਾਉਣਾ ਪੈਂਦਾ ਹੈ। ਔਰ ਇਹ ਜਿਹੜੇ ਹੈਗੇ ਗੁਣ ਜਿਹੜੇ ਆ ਵਿਹਾਜਦਾ ਹੈ ਫਿਰ ਗੁਰੂ ਨੂੰ ਮਿਲ ਕੇ, ਔਰ ਜਦ ਗੁਣ ਇਕੱਠੇ ਹੋ ਜਾਂਦੇ ਆ ਅਤੇ ਫਿਰ ਜਿਹੜਾ ਹੈਗਾ ਨਾਮ ਰਤਨ ਸੌਦਾ ਆਪਾਂ ਨੂੰ ਮਿਲ ਜਾਂਦਾ ਹੈ। ਔਰ ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਧਿਆਨ ਸਿਮਰਨ ਕਰਦੇ ਹਾਂ ਅਤੇ ਉਹ ਹੈਗਾ ਬਈ ਆਪਾਂ ਜਿਹੜੇ ਹੈਗੇ ਗੁਣ ਕਿਵੇਂ ਵਿਆਜਣੇ ਆ, ਕਿਉਂਕਿ ਗੁਣ ਅਵਗੁਣ ਦੋਨੋਂ ਹੈਗੇ, ਅਵਗੁਣ ਪ੍ਰਗਟ ਆ, ਗੁਣ ਛੁਪੇ ਹੋਏ ਆ, ਅਤੇ ਉਹਦੇ ਵਾਸਤੇ ਜਿਹੜਾ ਹੈਗਾ ਡਿਲੀਟ ਵੱਜਣਾ ਚਾਹੀਦਾ ਹੈ। ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਜਿਹੜੇ ਅਵਗੁਣਾਂ ਦੀ ਪਕੜ ਹੈਗੀ ਆ ਉਹ ਢਿੱਲੀ ਹੋਏ, ਉਹ ਢਿੱਲੀ ਅਵਗੁਣਾਂ ਦੀ ਪਕੜ ਹੈਗੀ ਮਨ ਦੇ ਉੱਤੇ ਵਿਚਾਰਾਂ ਦੇ ਦੁਆਰਾ, ਅਤੇ ਇਸ ਕਰਕੇ ਜਿਹੜਾ ਹੈਗਾ ਇਹ ਨਾਮ ਅਭਿਆਸ ਜਿਹੜਾ ਹੈਗਾ ਇਹ ਧਿਆਨ ਸਿਮਰਨ ਹੈਗਾ ਬਈ ਵਿਚਾਰ ਜਿਹੜੇ ਹੈਗੇ ਉਹਦੇ ਤੋਂ ਫॉर ਦੀ ਟਾਈਮ ਬੀਇੰਗ ਜਿਹੜੇ ਹੈਗੇ ਵਿਚਾਰਾਂ ਤੋਂ ਆਪਾਂ ਕੱਟ ਆਫ ਹੋ ਜਾਈਏ। ਇਸ ਤਰੀਕੇ ਦਾ ਆਇਆ ਖੇਡ ਪਾਏ, ਬਿਲਕੁਲ ਜਿਹੜਾ ਹੈਗਾ ਸਾਇੰਟੀਫਿਕ ਕਹਿ ਲਓ, ਬਿਲਕੁਲ ਸਿਸਟਮੈਟਿਕ ਜਿਹੜੀ ਹੈਗੀ ਆ ਪ੍ਰੋਸੀਜਰ ਹੈਗੀ ਆ। शाहे पठाया शाहे पास, अमोल रतन अमोला रास, विष्ट सुभाई पाया मीत, सौदा मिलिया ने चलचीत। और ऐसा नाम ਦਾ ਸੌਦਾ ਹੈਗਾ, ਐਸਾ ਪ੍ਰਕਾਸ਼ ਅੰਦਰ ਆ ਜਾਂਦਾ ਹੈ ਕਿ ਅਵਗੁਣ ਜਿਹੜੇ ਹੈਗੇ ਪੂਰਾ ਦਾ ਪੂਰਾ ਇਨਸਾਨ ਨੂੰ ਜਿਹੜਾ ਹੈਗਾ ਹਰ ਪਾਸੇ ਦੀ ਕਲੈਰਿਟੀ ਹੋ ਜਾਂਦੀ ਹੈ। ਪਾਓ ਨਹੀਂ ਤਸਕਰ ਪਾਉਣ ਨਾ ਪਾਣੀ, ਇਹਦੇ ਵਿੱਚ ਕੋਈ ਡਰ ਨਹੀਂ ਹੈ ਸੌਦੇ ਦਾ। ਕੋਈ ਚੋਰ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਨੂੰ ਤਾਂ ਜਿੱਤ ਕੇ ਆ ਰਿਹਾ ਹੈ ਸੌਦਾ, ਤਾਂ ਹੀ ਤਾਂ ਮਿਲਿਆ ਹੈਗਾ। ਪਾਉਣ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਵਿਚਾਰਾਂ ਦੀ ਪਾਉਣ, ਜਿਹੜੀ ਵਿਕਾਰਾਂ ਦੀ ਪਾਉਣ ਜਿਹੜੀ ਹੈਗੀ ਇਹ ਜਿਹੜੀ ਕਿ ਆਪਾਂ ਨੂੰ ਆਪਣੇ ਜਹਾਜ਼ ਨੂੰ ਜਿਹੜਾ ਹੈਗਾ ਭਾਰ ਨਹੀਂ ਜਾਣ ਦਿੰਦੀ। ਔਰ ਇਹ ਜਿਹੜਾ ਹੈਗਾ ਮੋਹ ਦਾ ਚਿੱਕੜ, ਤ੍ਰਿਸ਼ਨਾ ਦਾ ਜਿਹੜਾ ਹੈਗਾ ਜਲ, ਇਹ ਸਾਰਾ ਖਤਮ ਹੋ ਗਿਆ। ਪਾਓ ਨਹੀਂ ਤਸਕਰ ਪਾਉਣ ਨਾ ਪਾਣੀ, ਸਹਿਜੇ ਵਿਆਜੀ ਸਹਿਜੇ ਲੈ ਜਾਣੀ। ਕਹਿੰਦੇ ਬੜੇ ਸਹਿਜ ਦੇ ਨਾਲ ਸੁਖੈਨੀ ਹੋ ਗਈ ਹੈ ਇਹ ਜਿਹੜੀ ਹੈਗੀ ਇਹ ਬਿਜ਼ਨਸ ਜਿਹੜਾ ਹੋਇਆ ਹੈ, ਇਹ ਵਸਤੂ ਜਿਹੜੀ ਹੈ ਅਨੂਪ ਵਸਤੂ ਮਿਲੀ ਹੈਗੀ ਆ। ਸਹਿਜੇ ਵਿਆਜੀ ਸਹਿਜੇ ਲੈ ਜਾਣੀ, ਕਹਿੰਦੇ ਸਹਿਜ ਨਾਲ ਹੀ ਹੁਣ ਨਾਲ ਹੀ ਜਾਊਗੀ ਇਹ। ਹੁਣ ਇਹ ਜਿਹੜੀ ਹੈਗੀ ਸਵਾਸਾਂ ਦੇ ਬਾਅਦ ਨਾਲ ਜਾਏਗੀ। ਸਹਿਜੇ ਵਿਆਜੀ ਸਹਿਜੇ ਲੈ ਜਾਣੀ, ਸਤ ਕਹਿ ਪੈ ਸਤ ਕਹਿ ਖੱਟੈ ਦੁੱਖ ਨਹੀਂ ਪਾਇਆ। ਕਹਿੰਦੇ ਸੱਚਾਈ ਦੇ ਉੱਤੇ ਰਹਿ ਕੇ ਜਿਹੜਾ ਹੈਗਾ ਜੇ ਇਹਦੀ ਖੱਟੀ ਕਰੀਏ ਤਾਂ ਕੋਈ ਦੁੱਖ ਨਹੀਂ ਮਿਲਦਾ। ਇਹ ਸੌਦਾ ਜਿਹੜਾ ਹੈਗਾ ਆਰਾਮ ਨਾਲ ਬੰਦਾ ਖੱਟੀ ਕਰ ਸਕਦਾ ਹੈ ਜੇ ਸੱਚਾਈ ਦੇ ਉੱਤੇ ਰਹੇ, ਸੱਤ ਦੇ ਉੱਤੇ ਰਹੇ। ਜੇ ਇਨਸਾਨ ਜਿਹੜਾ ਹੈਗਾ ਸੱਤ ਸੰਤੋਖ ਦਇਆ ਧਰਮ ਧੀਰਜ ਇਹ ਗੁਣ ਜਿਹੜੇ ਹੈਗੇ ਆਪਣੇ ਅੰਦਰ ਇਕੱਠੇ ਕਰਨੇ ਸ਼ੁਰੂ ਕਰਦਾ। ਸੱਤ ਕੇ ਖੱਟਾ, ਸੱਤ ਦੇ ਨਾਲ ਖੱਟੀ ਕਰਨ ਦੇ ਨਾਲ ਦੁੱਖ ਨਹੀਂ ਪਾਇਆ, ਦੁੱਖ ਨਹੀਂ ਪ੍ਰਾਪਤ ਹੁੰਦਾ। ਸਹੀ ਸਲਾਮਤ ਘਰ ਲੈ ਆਇਆ, ਉਹ ਕਹਿੰਦੇ ਸੌਦਾ ਸਹੀ ਸਲਾਮਤ ਆ ਜਾਂਦਾ ਹੈ। ਨਹੀਂ ਤਾਂ ਬਾਕੀ ਸੌਦਾ ਤਾਂ ਹਰੇਕ ਦੇ ਅੰਦਰ ਪਿਆ ਹੋਇਆ ਨਾਮ ਰਤਨ, ਪਰ ਕਿਉਂ ਨਹੀਂ ਖੱਟੀ ਕਰ ਪਾ ਰਹੇ, ਕਿਉਂ ਨਹੀਂ ਲੈ ਕੇ ਆ ਰਹੇ? ਕਿਉਂਕਿ ਭਾਈ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਅਵਗੁਣ ਜਿਹੜੇ ਹੈਗੇ ਆ, ਗੁਣ ਹੈ ਨਹੀਂ ਗੇ ਜਿਨ੍ਹਾਂ ਦੇ ਬਦਲੇ ਮਿਲਣਾ ਹੈ ਸੌਦਾ। ਮਿਲਿਆ ਲਾਹਾ ਪਾਏ ਆਨੰਦ, ਕਹਿੰਦੇ ਬੜਾ ਲਾਭ, ਜੀਵਨ ਦਾ ਲਾਭ ਮਿਲ ਗਿਆ। ਕਹਿੰਦੇ ਜਨਮਾਂ ਤੋਂ ਭਟਕ ਰਿਹਾ ਸੀਗਾ, ਹਾਂ ਆਹੀ ਖੇਡ ਪਾਈ ਸੀ ਮਾਲਕ ਪਰਮਾਤਮਾ ਨੇ। ਕਹਿੰਦੇ ਇੰਨਾ ਲਾਭ ਮਿਲਿਆ ਲਾਹਾ ਪਾਏ ਆਨੰਦ, ਇੰਨੀ ਖੁਸ਼ੀ, ਇੰਨਾ ਖੇੜਾ ਆ ਗਿਆ।
ਧਨ ਸ਼ਾਹ ਪੂਰੇ ਬਖਸ਼ਿੰਦ। ਧੰਨਿਆ ਉਹ ਸ਼ਾਹੂਕਾਰ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਪੂਰੀ ਬਖਸ਼ਿਸ਼ ਕੀਤੀ। ਦੋ ਹੀ ਹੈ, ਮਾਲਕ ਪਰਮਾਤਮਾ ਹੈਗਾ, ਬ੍ਰਹਮ ਗਿਆਨੀ ਹੈਗੇ, ਸਤਿਗੁਰੂ ਹੈਗੇ, ਔਰ ਦੋਨੋਂ ਹੈ ਇੱਕੋ ਹੀ। ਧਨ ਸ਼ਾਹ ਪੂਰੇ ਬਖਸ਼ਿੰਦ, ਇਹ ਸੌਦਾ ਗੁਰਮੁਖੇ ਕਿਨੇ ਵਿਰਲੇ ਪਾਇਆ। ਸੌਦਾ ਜਿਹੜਾ ਹੈਗਾ ਦੇਖ ਲਓ, ਗੁਰੂ ਕੋਲੋਂ ਕੋਈ ਜਿਹੜਾ ਗੁਰਮੁਖ ਹੋ ਕੇ ਜਿਹੜਾ ਹੈਗਾ ਗੁਰੂ ਦੇ ਅਨੁਸਾਰ ਚੱਲ ਕੇ ਜਿਹੜਾ ਹੈਗਾ ਕੋਈ ਟਾਵਾਂ ਜਿਹੜਾ ਇਹ ਸੌਦਾ ਲੈਂਦਾ ਹੈ। ਸਹਿਲੀ ਖੇਪ ਨਾਨਕ ਲੈ ਆਇਆ, ਬੜੀ ਜਿਹੜੀ ਹੈਗੀ ਸਹਿਲੀ ਖੁਸ਼ਹਾਲ ਵਾਲੀ, ਖੁਸ਼ੀ ਵਾਲੀ, ਸਹਿਜ ਅਵਸਥਾ ਵਾਲੀ ਖੇਪ ਹੈ ਭਾਈ, ਨਾਨਕ ਲੈ ਆਇਆ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੇ ਕਿ ਭਾਈ ਆਹੀ ਸੌਦਾ ਹੈਗਾ, ਇਹੀ ਲੈ ਕੇ ਮੈਂ ਵੀ ਆਇਆ, ਇਹੀ ਲੈ ਕੇ ਤੇ ਤੁਸੀਂ ਵੀ ਆ ਜਾਓ। ਸਹਿਲੀ ਖੇਪ ਨਾਨਕ ਲੈ ਆਇਆ। ਆਸਾ ਮਹਲਾ ਪੰਜਵਾਂ। ਗੁਣ ਆਵਗਨ ਮੇਰੋ ਕਛ ਨ ਵਿਚਾਰਿਓ, ਨ ਦੇਖਿਓ ਰੂਪ ਰੰਗ ਸਿੰਗਾਰੋ। ਗੁਣ ਆਵਗੁਣ ਮੇਰੋ ਕਛ ਨ ਵਿਚਾਰੋ, ਨ ਦੇਖਿਓ ਰੂਪ ਰੰਗ ਸਿੰਗਾਰੋ। ਚੱਜ ਆਚਾਰ ਕਿਛ ਵਿਦ ਨਹੀਂ ਜਾਣੀ, ਬਾਹਾਂ ਪਕੜ ਪ੍ਰਿਯ ਸੇਜੇ ਆਣੀ। ਦੇਖ ਲਓ ਭਾਈ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇੱਥੇ ਤੱਕ ਕਹਿੰਦੇ ਇਨਸਾਨ ਜਿਹੜਾ ਹੈਗਾ ਕਹਿੰਦੇ ਪਿਆਰ, ਜਦ ਇਨਸਾਨ ਨੂੰ ਪਿਆਰ ਪੈ ਗਿਆ, ਉਹ ਪਿਛਲਾ ਸਾਰਾ ਪਾਪ ਜਿਹੜੇ ਹੈਗੇ, ਜੋ ਵੀ ਜਿਹੜੇ ਹੈਗੇ ਕੀਤੇ ਹੋਏ ਜਿਹੜੇ ਹੈਗੇ ਆ ਲੇਖਾ ਜੋਖਾ ਸਾਰਾ, ਤੇ ਗੁਣ ਅਵਗੁਣ ਕਹਿੰਦੇ ਆ, ਇਹਦਾ ਵੀ ਹਿਸਾਬ ਕਿਤਾਬ ਨਹੀਂ ਰੱਖਦਾ ਭਾਈ। ਜਿੱਥੇ ਪਿਆਰ ਹੋ ਜਾਏ ਤੇ ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ, ਨਹਿ ਦੇਖਿਓ ਰੂਪ ਰੰਗ ਸਿੰਗਾਰੋ। ਕੋਈ ਨਹੀਂ, ਕੋਈ ਮਾਲਕ ਪਰਮਾਤਮਾ ਰੂਪ ਰੰਗ ਸਿੰਗਾਰ ਨਹੀਂ ਦੇਖਦਾ। ਕਿਉਂ? ਕਿਉਂਕਿ ਉੱਥੇ ਪਿਆਰ ਪੈਦਾ ਹੋ ਗਿਆ, ਉਹਦੇ ਖਿੱਚ ਬਣ ਗਈ ਆ। ਜੀਵ ਇਸਤਰੀ ਜਿਹੜੀ ਹੈਗੀ, ਇਨਸਾਨ ਜਿਹੜਾ ਹੈਗਾ ਇਸ ਰਸਤੇ 'ਤੇ ਜਿਹੜਾ ਹੈਗਾ, ਇਸ ਕਰਕੇ ਆਪਾਂ ਨੂੰ ਜਿਹੜਾ ਹੈਗਾ ਨਾ ਆਹ ਚੀਜ਼ ਨਹੀਂ ਆ ਵੀ ਮੇਰੇ ਅੰਦਰ ਜਿਹੜਾ ਹੈਗਾ ਮੇਰੇ ਅੰਦਰ ਅਵਗੁਣ ਹੈਗੇ, ਮੈਂ ਗੁਣ ਨਹੀਂ ਵੀ ਆ ਸਕਦਾ। ਆਪਾਂ ਸੱਚਾਈ ਦੇ ਨਾਲ ਜਿਹੜਾ ਹੈਗਾ ਪਿਆਰ ਮਾਲਕ ਪਰਮਾਤਮਾ ਦੇ ਨਾਲ ਪੈ ਜਾਏ, ਬਸ ਆਹੀ ਖੇਡ ਹੈਗੀ। ਗੁਣ ਅਵਗਨ ਮੇਰੋ ਕਛ ਨ ਵਿਚਾਰੋ, ਨਹਿ ਦੇਖਿਓ ਰੂਪ ਰੰਗ ਸਿੰਗਾਰੋ। ਚੱਜ ਆਚਾਰ ਕਿਛ ਵਿਦ ਨਹੀਂ ਜਾਣੀ। ਕਹਿੰਦੇ ਮੇਰਾ ਕੋਈ ਚੱਜ, ਮੇਰਾ ਕੋਈ ਆਚਾਰ, ਕੋਈ ਮੇਰੀ ਵਿਧੀ ਨਹੀਂ ਮਾਲਕ ਪਰਮਾਤਮਾ ਨੇ ਕੰਸੀਡਰ ਕੀਤੀ, ਸਾਰਾ ਕੁਝ ਡਰੋਪ ਕਰ ਦਿੱਤਾ। ਬਾਹਾਂ ਪਕੜ ਪ੍ਰਿਯ ਸੇਜੇ ਆਣੀ, ਬਾਂਹ ਫੜ ਕੇ ਮਾਲਕ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ। ਸੁਨਬੋ ਸਖੀ ਕੰਤ ਹਮਾਰੋ ਕੀਲੋ ਖਸਮਾਨਾ। ਹੇ ਮੇਰੀ ਸਖੀ, ਇਸ ਤਰ੍ਹਾਂ ਮੈਂ ਸੁਹਾਗਣ ਹੋ ਗਈ, ਉਹ ਮਾਲਕ ਪਰਮਾਤਮਾ ਨੇ ਮੇਰੇ ਨਾਲ ਵਿਆਹ ਕਰ ਲਿਆ। ਸੁਨਬੋ ਸਖੀ, ਸੁਨਬੋ ਆਪਾਂ ਸੁਣ ਲਈਏ, ਮਹਾਰਾਜ ਹੁਣ ਕਹਿ ਰਹੇ ਆਪਾਂ ਨੂੰ, ਆਪਾਂ ਸਖੀਆਂ ਹੈਗੀਆਂ, ਇਸ ਰਸਤੇ 'ਤੇ ਚੱਲਣ ਵਾਲੇ ਹੈਗੇ ਆ, ਜੋ ਵੀ ਇਸ ਗਿਆਨ ਨੂੰ ਸੁਣ ਰਹੇ ਆ। ਕਹਿੰਦੇ ਸੁਣ ਲਓ ਸਖੀਓ, ਸੁਨਬੋ, ਸੁਣ ਰਹੀ ਹੋ? ਕਹਿੰਦੇ ਨਾ ਭਾਈ ਸੁਣ ਰਹੇ ਆ ਭਾਈ। ਸੁਨਬੋ ਸਖੀ ਕੰਤ ਹਮਾਰੋ ਕੀਲੋ ਖਸਮਾਨਾ। ਉਹ ਮਾਲਕ ਮੇਰੇ ਪਤੀ ਪਰਮਾਤਮਾ ਨੇ ਜਿਹੜਾ ਹੈਗਾ ਮੇਰੇ ਉੱਤੇ ਕਿਰਪਾ ਕੀਤੀ ਆ, ਮੇਰੇ ਅੰਦਰ ਪ੍ਰਗਟ ਹੋ ਗਿਆ। ਕਰ ਮਸਤਕ ਤਾਰ ਰਾਖਿਓ ਕਰ ਆਪਣਾ, ਕਿਆ ਜਾਣੇ ਲੋਕ ਅਜਾਨਾ ਰਹਾ। ਉਹਨੇ ਮਾਲਕ ਨੇ ਮੱਥੇ ਤੇ ਹੱਥ ਰੱਖ ਕੇ ਮਾਲਕ ਨੇ ਗਿਆਨ ਦੇ ਕੇ ਜਿਹੜਾ ਹੈਗਾ ਆਪਣਾ ਬਣਾ ਲਿਆ। ਕਰ ਮਸਤਕ ਤਾਰ ਰਾਖਿਓ ਕਰ ਆਪਣਾ, ਕਿਆ ਜਾਣੇ ਲੋਕ ਅਜਾਨਾ। ਇਹ ਲੋਕੀ ਕੀ ਜਾਣਦੇ ਇਸ ਗੱਲ ਨੂੰ? ਲੋਕੀ ਤਾਂ ਬਸ ਬਾਹਰ ਮੁਖੀ ਜਿਹੜੇ ਹੈਗੇ ਕਰਮ ਕਾਂਡ ਕਰੀ ਜਾ ਰਹੇ ਆ, ਆਹ ਚੀਜ਼ ਤਾਂ ਕੋਈ ਕਰਦਾ ਹੀ ਨਹੀਂ ਹੈਗਾ। ਰਹਾਓ ਸੁਹਾਗ ਹਮਾਰੋ ਅਬ ਹੁਣ ਸੋਹਿਓ। ਕਹਿੰਦੇ ਹੁਣ ਆ ਮੈਂ ਸੁਹਾਗਵਤੀ, ਹੁਣ ਮੇਰਾ ਜਿਹੜਾ ਹੈਗਾ ਸੁਭਾਇਮਾਨ ਹੋ ਗਈ, ਹੁਣ ਮੇਰਾ ਪਤੀ ਮੇਰੇ ਨਾਲ ਹੈਗਾ। ਸੁਹਾਗ ਹਮਾਰੋ ਅਬ ਹੁਣ ਸੋਹਿਓ, ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ। ਕਹਿੰਦੇ ਉਹ ਮਾਲਕ ਪਰਮਾਤਮਾ ਮਿਲ ਗਿਆ, ਮੇਰੇ ਸਾਰੇ ਦੁੱਖ ਜਿਹੜੇ ਹੈਗੇ ਜੋਹਿਓ ਮਤਲਬ ਬਾਹਰ ਚਲੇ ਗਏ। ਆਂਗਨ ਮੇਰੇ ਸੋਭਾ ਚੰਦ, ਮੇਰੇ ਆਂਗਨ ਦੇ ਵਿੱਚ ਜਿਹੜੀ ਹੈਗੀ ਐਸੀ ਸੋਭਾ ਹੋ ਗਈ, ਚੰਦ ਚੜ੍ਹ ਗਿਆ। ਆਂਗਨ ਮੇਰੇ ਸੋਭਾ ਚੰਦ, ਐਸੀ ਸ਼ਾਂਤੀ, ਐਸੀ ਠੰਡਕ, ਐਸੀ ਜਿਹੜੀ ਹੈਗੀ ਆ ਅੰਦਰ ਜਿਹੜੀ ਹੈਗੀ ਆ ਖੁਸ਼ੀ ਖੇੜਾ।
ਆਂਗਨ ਮੇਰੇ ਸੋਭਾ ਚੰਤ ਨਿਸ ਬਾਸੁਰ ਪ੍ਰਿਯ ਸੰਗ ਆਨੰਦ। ਕਹਿੰਦੇ ਹੁਣ ਰਾਤ ਦਿਨ ਉਹ ਮਾਲਕ ਪਰਮਾਤਮਾ ਦਾ ਸਾਥ ਹੈਗਾ, ਔਰ ਰਾਤ ਦਿਨ ਆਨੰਦ ਹੈਗਾ, ਖੇੜਾ ਹੈਗਾ। ਉਹ ਦੁਨੀਆ ਦੇ ਆਨੰਦ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ, ਉਹਦਾ ਸਾਥ, ਉਹਦਾ ਆਨੰਦ, ਉਹਦੀ ਤਾਂ ਕਲਪਨਾ ਹੀ ਨਹੀਂ ਆਪਾਂ ਕਰ ਸਕਦੇ। ਸੁਹਾਗ ਹਮਾਰੋ ਅਬ ਹੁਣ ਸੋਹਿਓ, ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ। ਆਂਗਨ ਮੇਰੇ ਸੋਭਾ ਚੰਦ ਨਿਸ ਬਾਸੁਰ ਪ੍ਰਿਯ ਸੰਗ ਆਨੰਦ। ਵਸਤਰ ਹਮਾਰੇ ਰੰਗ ਚਲੂਲ। ਕਹਿੰਦੇ ਹੁਣ ਮੇਰੇ ਜਿਹੜੇ ਹੈਗੇ ਮੇਰੇ ਵਸਤਰ ਜਿਹੜੇ ਹੈਗੇ ਆ, ਸਤ ਸੰਤੋਖ ਦਇਆ ਧਰਮ ਧੀਰ ਚਾਹ ਗਹਿਣੇ ਜਿਹੜੇ ਹੈਗੇ, ਕਹਿੰਦੇ ਆ ਸਾਰੇ ਜਿਹੜੇ ਹੈਗੇ ਇੰਨੇ ਸੋਹਣੇ ਹੋ ਗਏ, ਇੰਨੇ ਸੋਹਣੇ ਹੋ ਗਏ ਸਾਰੇ ਦੇ ਸਾਰੇ। ਹੁਣ ਜਿਹੜਾ ਹੈਗਾ ਸਿੰਗਾਰ ਸਾਰੇ ਜਿਹੜੇ ਹੈਗੇ, ਵਸਤਰ ਹਮਾਰੇ ਰੰਗ ਚਲੂਲ ਸਗਲ ਆਭਾਰਣ ਸ਼ੋਭਾ ਕੰਠ ਫੂਲ। ਕਹਿੰਦੇ ਸਾਰੇ ਗਹਿਣੇ ਇਕੱਠੇ ਹੋ ਗਏ ਭਾਈ, ਸਾਰੇ ਗਹਿਣੇ ਇਕੱਠੇ ਹੋ ਗਏ, ਸ਼ੋਭਾ ਹੋਣ ਲੱਗ ਪਈ। ਕੰਠ ਫੂਲ, ਕੰਠ ਦੇ ਵਿੱਚ ਫੂਲ ਮਾਲਾ ਆ ਗਈ। ਵਸਤਰ ਹਮਾਰੇ ਰੰਗ ਚਲੂਲ ਸਗਲ ਆਭਾਰਣ ਸ਼ੋਭਾ ਕੰਠ ਫੂਲ। ਪ੍ਰਿਯ ਭੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਬਸ ਉਹਨੇ ਇੱਕ ਵਾਰੀ ਇੱਕ ਦ੍ਰਿਸ਼ਟੀ ਕਰ ਦਿੱਤੀ, ਉਹਨੇ ਮਾਲਕ ਨੇ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਸੁਹਾਗਣ ਕਰ ਦਿੱਤਾ। ਮਾਲਕ ਪ੍ਰਗਟ ਹੋ ਗਿਆ ਤੇ ਸਾਰੇ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ। ਪ੍ਰਿਯ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ। ਦੁਸ਼ਟ ਦੂਤ ਕੀ ਚੂਕੀ ਕਾਣ। ਔਰ ਇਹ ਦੁਸ਼ਟ ਜਿਹੜੇ ਸੀ, ਦੂਤ ਜਿਹੜੇ ਸੀਗੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਜਿਹੜੇ ਹੈਗੇ ਆ, ਇਹਨਾਂ ਦੀ ਕਹਿੰਦੇ ਡੁਆਲਿਟੀ ਜਿਹੜੀ ਸੀਗੀ, ਇਹਨਾਂ ਦੀ ਕਹਿੰਦੇ ਚੁੱਕ ਗਈ ਕਾਣ, ਖਤਮ ਹੋ ਗਈ। ਇਹ ਜਿਹੜੇ ਹੈਗੇ ਮੈਨੂੰ ਤੰਗ ਕਰ ਰਹੇ ਸੀਗੇ। ਸਦ ਖੁਸ਼ੀਆਂ ਸਦਾ ਰੰਗ ਮਾਣੇ। ਕਹਿੰਦੇ ਹੁਣ ਹਮੇਸ਼ਾ ਹੀ ਖੁਸ਼ੀਆਂ ਆ, ਹਮੇਸ਼ਾ ਹੀ ਰੰਗਰੇਲੀਆਂ ਆ ਮਾਲਕ ਪਰਮਾਤਮਾ ਦੇ ਨਾਲ। ਸਦ ਖੁਸ਼ੀਆਂ ਸਦਾ ਰੰਗ ਮਾਣੇ, ਨੌ ਨਿਧ ਨਾਮ ਗ੍ਰਹਿ ਮੈਂ ਤ੍ਰਿਪਤਾਨੇ। ਕਹਿੰਦੇ ਐਸਾ ਨੌ ਨਿਧੀ 18 ਸਿੱਧੀ ਵਾਲਾ ਨਾਮ ਜਿਹੜਾ ਹੈਗਾ ਘਰ ਦੇ ਅੰਦਰ ਆ ਗਿਆ, ਬਸ ਪੂਰੀ ਤਰ੍ਹਾਂ ਤ੍ਰਿਪਤ ਹੋ ਗਏ ਉਸ ਅੰਮ੍ਰਿਤ ਰਸ ਦੇ ਨਾਲ। ਕਹੋ ਨਾਨਕ ਜੋ ਪਿਰੈ ਸਿੰਗਾਰੀ, ਫਿਰ ਸੁਹਾਗਣ ਸੰਗ ਪਤਾਰੀ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਸਿੰਗਾਰਦਾ ਹੈ ਭਾਈ ਜਿਸ ਜੀਵ ਇਸਤਰੀ ਨੂੰ ਮਾਲਕ ਦੀ ਕਸੌਟੀ ਤੇ ਪੂਰੀ ਉਤਰ ਜਾਂਦੀ ਹੈ। ਕਹਿੰਦੇ ਧਾਨਿਆ ਉਹ ਸੁਹਾਗਣ ਜਿਹੜੀ ਕਿ ਮਾਲਕ ਪਰਮਾਤਮਾ ਦਾ ਪਤੀ ਦਾ ਸਾਥ ਮਾਣਦੀ ਹੈ। ਇੱਕ ਵਾਰੀ ਮਾਲਕ ਪਰਮਾਤਮਾ ਦਾ ਸਾਥ ਮਿਲ ਜਾਏ, ਬਸ ਗੇਮ ਖਤਮ ਹੋ ਜਾਂਦੀ ਹੈ। ਫਿਰ ਹਮੇਸ਼ਾ ਵਾਸਤੇ ਜਿਹੜੀ ਹੈਗੀ ਆ ਅਬਨਾਸੀ ਹੋ ਜਾਂਦਾ ਇਨਸਾਨ। ਜੀਵ ਦੀ ਭਟਕਣਾ ਜਿਹੜਾ ਜੂਨਾਂ ਦੇ ਵਿੱਚ ਇਹ ਗਤੀ ਜਿਹੜੀ ਹੈਗੀ ਆ, ਇਹ ਪ੍ਰਕਿਰਤੀ ਦੇ ਨਾਲ ਜਿਹੜਾ ਹੈਗਾ, ਪ੍ਰਕਿਰਤੀ ਦਾ ਕੰਟਰੋਲ ਖਤਮ ਹੋ ਜਾਂਦਾ ਹੈ। ਆਸਾ ਮਹੱਲਾ ਪੰਜਵਾਂ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੁਖ ਕਰ ਪਰਨਾ। ਇਹਦੇ ਵਿੱਚ ਮਹਾਰਾਜ ਜਿਹੜੇ ਆਪਾਂ ਨੂੰ ਜਿਹੜੇ ਪੁਜਾਰੀ ਹੈਗੇ ਜਾਂ ਬ੍ਰਾਹਮਣ ਹੈਗੇ ਜਾਂ ਆਪਣੇ ਜਿਹੜੇ ਹੈਗੇ ਆ ਗਿਆਨੀ ਕਥਾਵਾਚਕ ਜੋ ਵੀ ਹੈਗੇ, ਉਹਨਾਂ ਨੂੰ ਭਾਈ ਉਹਨਾਂ ਨੂੰ ਗਿਆਨ ਦੇ ਰਹੇ ਆ। ਜਿਨ੍ਹਾਂ ਦੀ ਹੁਣ ਕੀਤਾ ਹੀ ਹੈਗਾ, ਜਿਹੜੇ ਕਹਿੰਦੇ ਉਹਨਾਂ ਨੂੰ ਵੀ ਦਿਲੋਂ ਜਿਹੜਾ ਹੈਗਾ ਇਹ ਕੰਮ ਕਰੋ, ਇਹ ਖਾਲੀ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਆਪਣਾ ਇਹਨੂੰ ਜਿਹੜਾ ਹੈ ਨਾ ਬਿਜ਼ਨਸ ਨਾ ਬਣਾਓ। ਆਸਾ ਮਹੱਲਾ ਪੰਜਵਾਂ। ਦਾਨ ਦੇ ਕਰ ਪੂਜਾ ਕਰਨਾ। ਕਹਿੰਦੇ ਪੂਜਾ ਜਿਹੜੇ ਹੈਗੇ ਜਦ ਤੱਕ ਜਿਹੜਾ ਦਕਸ਼ਨਾ ਨਹੀਂ ਹੈਗੀ ਤਦ ਤੱਕ ਤਾਂ ਅਗਲਾ ਪੂਜਾ ਹੀ ਨਹੀਂ ਕਰਦਾ ਸੀ। ਇਹ ਬ੍ਰਾਹਮਣ ਆਪਣੇ ਵੀ ਦੇਖ ਲਓ ਜਿਹੜੇ ਹੈਗੇ, ਕਿਸੇ ਦੇ ਗਰੀਬ ਦੇ, ਕਿਸੇ ਦੇ ਆਨੰਦ ਕਾਰਜ ਹੈਗਾ, ਕਿਸੇ ਦੇ ਜਿਹੜਾ ਹੈਗਾ ਉਹ ਕੋਈ ਜਿਹੜਾ ਹੈਗਾ ਕੋਈ ਦਿਨ ਹੈਗਾ, ਕੋਈ ਕਿਸੇ ਦੇ ਜਿਹੜਾ ਹੈਗਾ ਉਹਨੇ ਪਾਠ ਕਰਾਉਣਾ, ਕੀਰਤਨ ਕਰਾਉਣਾ, ਜੋ ਵੀ ਜਿਹੜਾ ਹੈਗਾ ਪੂਜਾ ਕਰਾਉਣੀ ਹੈ, ਅਤੇ ਕਹਿੰਦੇ ਆ ਉਹਦੇ ਵਾਸਤੇ ਜਿਹੜਾ ਹੈਗਾ ਭੇਟਾ, ਆਪਾਂ ਭੇਟਾ ਕਹਿੰਦੇ ਆ, ਉਹ ਦਾਨ ਕਹਿੰਦੇ ਆ, ਦਕਸ਼ਿਣਾ ਕਹਿੰਦੇ ਆ। ਖਾਲੀ ਭੇਟਾ ਕਹਿਣ ਦੇ ਨਾਲ ਥੋੜ੍ਹੀ ਨਾ, ਗੱਲ ਤਾਂ ਉੱਥੇ ਦੀ ਉੱਥੇ ਹੀ ਆ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੁਖ ਕਰ ਪਰਨਾ। ਔਰ ਫਿਰ ਜਿਹੜਾ ਹੈਗਾ ਲੈਂਦੇ ਦਿੰਦੇ ਫਿਰ ਮੁੱਕਰ ਜਾਂਦੇ ਆ। ਉਹ ਇਸ ਤਰ੍ਹਾਂ ਹੀ ਹੈਗਾ। ਦੇਖੋ ਜਿਸ ਤਰ੍ਹਾਂ ਜਿਹੜਾ ਹੈਗਾ ਹੁਣ
ਸੰਗਰੂਰ ਹੈਗਾ, ਸੰਗਰੂਰ ਦੇ ਉਹਦੇ ਨੇੜੇ ਜਿਹੜਾ ਹੈਗਾ ਬਡਰੁੱਖਾਂ ਹੈਗਾ, ਔਰ ਫਿਰ ਲੌਂਗੋਵਾਲ ਕਾਫੀ ਦੂਰ ਹੈਗਾ। ਅਤੇ ਕੋਈ ਵਿਚਾਰਾ ਬਡਰੁੱਖਾਂ ਦਾ ਸੀਗਾ, ਆ ਗਿਆ ਬਈ ਕੀਰਤਨ ਕਰਾਉਣਾ ਹੈ ਮੇਰਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਡੇ ਘਰ ਹੈਗਾ, ਖੁਸ਼ੀ ਦਾ ਦਿਨ ਹੈਗਾ, ਜਾਂ ਕੋਈ ਜਿਹੜਾ ਹੈਗਾ ਦੁੱਖ ਦਾ ਹੈਗਾ ਦਿਨ ਦਿਹਾੜਾ। ਅਤੇ ਉਹ ਭਾਈ ਨਾਲ ਮੁਕਰਰ ਹੋ ਗਿਆ, ਪੈਸੇ ਜਿਹੜਾ ਹੈਗਾ ਜੋ ਇਹ ਭੇਟਾ ਹੋ ਗਈ ਗੱਲਬਾਤ। ਬਾਅਦ ਵਿੱਚ ਕੋਈ ਉਹਦੇ ਕੋਲ ਕੋਈ ਲੌਂਗੋਵਾਲ ਦਾ ਆ ਗਿਆ, ਵਧੀਆ ਅਸਾਮੀ ਆ ਗਈ ਜ਼ਿਆਦਾ। ਉਹ ਕਹਿੰਦੇ ਮਹਾਰਾਜ ਜੀ ਪੈਸੇ ਦੀ ਕੀ, ਭੇਟਾ ਦੀ ਕੀ ਗੱਲ ਆ, ਜਿੰਨਾ ਕਹੋ ਉਹਨਾਂ ਦੇਵਾਂਗੇ ਅਸੀਂ। ਅਤੇ ਬਸ ਫਿਰ ਇਹਨੂੰ ਕਹਿੰਦੇ ਜੀ ਦੂਰ ਬਹੁਤ ਹੈ, ਅਸੀਂ ਨਾ ਫਿਰ ਆ ਨਹੀਂ ਸਕਦੇ ਹੁਣ। ਔਰ ਬੰਦਾ ਜਿਹੜਾ ਹੈ ਉਹ ਜਿਹੜਾ ਮੁਕਰਰ ਕੀਤਾ ਉਹ ਲੌਂਗੋਵਾਲ ਦਾ ਹੈਗਾ, ਕਿੰਨੀ ਦੂਰ ਦਾ ਹੈਗਾ, ਉਸ ਤੋਂ ਜਿਹੜਾ ਹੈਗਾ ਘੱਟ ਤੋਂ ਘੱਟ 5-7 ਗੁਣਾ ਜ਼ਿਆਦਾ ਦੂਰ, 10 ਗੁਣਾ ਦੂਰ, ਇਸ ਤਰ੍ਹਾਂ ਦਾ ਹੈਗਾ ਭਾਈ। ਆ ਕਹਿ ਰਹੇ ਮਹਾਰਾਜ, ਲੈਤ ਦੇਤ ਉਨ ਮੁਖਰ ਪਰਨਾ, ਮੁੱਕਰ ਜਾਂਦੇ ਆ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੁਖਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਦੇਖ ਲਾ ਪਿਆਰਿਆ, ਫਿਰ ਜਿਹੜਾ ਹੈਗਾ ਹੇ ਬ੍ਰਾਹਮਣਾ, ਹੇ ਪੰਡਤਾ, ਹੇ ਗਿਆਨੀਆਂ, ਜਿਹੜੇ ਦਰ 'ਤੇ ਤੂੰ ਜਾਣਾ ਹੈ ਧਰਮਰਾਜ ਦੇ ਕੋਲ, ਉੱਥੇ ਫਿਰ ਤੂੰ ਪਛਤਾਏਂਗਾ ਭਾਈ। ਤਿਤ ਦਰ ਤੂੰ ਹੀ ਹੈ ਪਛਤਾਣਾ, ਤੂੰ ਹੀ ਪਛਤਾਉਣਾ ਹੈ। ਆਹ ਚੀਜ਼ਾਂ ਦੇਖੋ, ਆਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪਣੇ ਗੁਰੂ ਜਿਹੜੇ ਹੈਗੇ ਆਹ ਇੰਸਟਰਕਸ਼ਨਸ ਲਿਖ ਕੇ ਦੇ ਕੇ ਗਏ। ਆਹ ਇੰਸਟਰਕਸ਼ਨ ਕੋਈ ਹੈ ਜਿਹੜਾ ਫਾਲੋ ਕਰਦਾ ਹੈ। ਆਸਾ ਮਹਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੁਖਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਪਾਈ, ਨਿਰਾਪਰਾਧ ਚਿੱਤ ਮੈਂ ਬੁਰਿਆਈ। ਕਹਿੰਦੇ ਇਹੋ ਜਿਹੇ ਬ੍ਰਾਹਮਣ ਤਾਂ ਕਹਿੰਦੇ ਡੁੱਬੇ ਪਏ ਆ ਬਸ। ਹੇ ਮੇਰੇ ਭਰਾਵੋ, ਕਿਤੇ ਇਹੋ ਜਿਹੇ ਬ੍ਰਾਹਮਣ ਨਾ ਬਣ ਜਾਇਓ। ਐਸੇ ਬ੍ਰਾਹਮਣ ਡੁੱਬੇ ਪਾਈ, ਨਿਰਾਪਰਾਧ ਚਿੱਤ ਮੈਂ ਬੁਰਾਈ। ਕੋਈ ਕਿਸੇ ਦਾ ਅਪਰਾਧ ਹੀ ਨਹੀਂ ਹੈਗਾ, ਫਿਰ ਵੀ ਅਗਲੇ ਦੀ ਜਿਹੜੀ ਹੈਗੀ ਬੁਰਿਆਈ ਚਿੱਤ ਵਧੇ ਆ। ਨਿਰਾਪਰਾਧ ਰਹਾਓ, ਅੰਤਰ ਲੋਭ ਫਿਰੇ ਹਲਕਾਏ। ਇੰਨਾ ਲੋਭ, ਇੰਨਾ ਲਾਲਚ ਹੈ, ਜਿਵੇਂ ਹਲਕਿਆ ਕੁੱਤਾ ਹੁੰਦਾ ਹੈ, ਇਸ ਤਰ੍ਹਾਂ ਕਹਿੰਦੇ ਆ, ਇਸ ਤਰ੍ਹਾਂ ਵਿਚਰਦੇ ਆ, ਇਸ ਤਰ੍ਹਾਂ ਲੁੱਟਦੇ ਆ। ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਔਰ ਨਿੰਦਾ ਵੀ ਕਰਦੇ ਆ, ਜਿਹੜਾ ਨਹੀਂ ਦਿੰਦਾ ਪੈਸੇ ਨਿੰਦਾ ਕਰਦੇ ਆ। ਨਿੰਦਾ ਕਰੇ ਸਿਰ ਭਾਰ ਉਠਾਏ, ਆਪਣੇ ਅੱਗੇ ਸਮਝਦੇ ਨਹੀਂ ਕਿਸੇ ਨੂੰ, ਆਪਣੇ ਆਪ ਨੂੰ ਸਮਝਦੇ ਅਸੀਂ ਤਾਂ ਜਿਹੜੇ ਹੈਗੇ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਬਿਲਕੁਲ ਮਾਲਕ ਦੇ ਦਰ ਦੇ ਉੱਤੇ ਹੀ ਬੈਠੇ ਹੋਏ ਆ। ਨਿੰਦਾ ਕਰੇ ਸਿਰ ਭਾਰ ਉਠਾਏ, ਵੀ ਸਾਡੇ ਬਗੈਰ ਤਾਂ ਜਿਹੜਾ ਕੋਈ ਜਾ ਨਹੀਂ ਸਕਦਾ। ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੇ ਨਾਹੀ, ਪਰਮੇ ਪੂਲਾ ਬਹੁਤੀ ਰਾਹੀ। ਕਹਿੰਦੇ ਮਾਇਆ ਦੇ ਵਿੱਚ ਐਸਾ ਜਿਹੜਾ ਹੈਗਾ ਲੁੱਟਿਆ ਹੋਇਆ, ਐਸਾ ਠੱਗਿਆ ਹੋਇਆ ਮਾਇਆ ਨੇ ਕਿ ਨਹੀਂ ਚੇਤਦਾ। ਗੱਲ ਜਿੰਨਾ ਮਰਜ਼ੀ ਸਮਝਾ ਦਿਓ, ਨਹੀਂ ਆਹ ਗੱਲ ਸਮਝ ਆਏਗੀ। ਮਾਇਆ ਮੂਠਾ ਚੇਤੇ ਨਾਹੀ, ਪਰਮੇ ਪੂਲਾ ਬਹੁਤੀ ਰਾਹੀ। ਕਹਿੰਦੇ ਬਹੁਤ ਜਿਹੜਾ ਹੈਗਾ, ਬਹੁਤ ਅਗਿਆਨਤਾ ਦੇ ਨਾਲ ਜਿਹੜਾ ਹੈਗਾ ਇਹ ਪੂਰੀ ਤਰ੍ਹਾਂ ਭੁੱਲਿਆ ਪਿਆ ਹੈ ਭਾਈ। ਇਹਦੇ ਅੰਦਰ ਬਹੁਤ ਵੱਡੀ ਫੀਲਡ ਬਣੀ ਹੋਈ ਹੈ। ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ। ਬਾਹਰ ਭੇਖ ਕਰੇ ਕਨੇਰੇ। ਔਰ ਬਾਹਰ ਦੇਖ ਲਓ, ਬਾਹਰ ਜਿਹੜੇ ਹੈਗੇ ਭੇਖ ਕਿਸ ਤਰ੍ਹਾਂ ਦਾ ਹੈਗਾ, ਵੇਸ ਕਿਹੋ ਜਿਹਾ ਸੋਹਣਾ ਵੇਸ ਬਣਾ ਲੈਂਦੇ। ਪੂਰੇ ਦੇ ਪੂਰੇ ਜਿਹੜੇ ਹੈਗੇ ਦੇਖ ਲਓ, ਇੱਕ ਜਿਹੜੇ ਹੈਗੇ ਡਾਰ ਇੱਕੋ ਵਰਗੀ ਸਾਰੇ। ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਔਰ ਅੰਦਰ ਜਿਹੜੀ ਹੈਗੀ ਆ ਵਿਖਿਆ ਹੈਗੀ, ਅੰਦਰ ਲਾਲਚ ਹੈਗਾ। ਅੰਦਰ ਜਿਹੜੀ ਹੈਗੀ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਸਾਰੀ ਤ੍ਰਿਸ਼ਨਾ ਤਮਾ। ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਅਵਰ ਉਪਦੇਸੇ ਆਪ ਨਾ ਬੁੱਝੈ। ਦੂਜਿਆਂ ਨੂੰ ਉਪਦੇਸ਼ ਕਰਦੇ ਆ, ਆਪ ਬੁੱਝਦੇ ਨਹੀਂ ਹੈ ਉਸ ਗੱਲ ਨੂੰ। ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਇਸੇ ਪਾਤਸ਼ਾਹੀ ਦਾ ਹੁੰਦਾ, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਅਵਰ ਉਪਦੇਸੇ ਆਪ ਨਾ ਬੁੱਝੈ, ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਕਹਿੰਦੇ ਕਿਤੇ ਵੀ ਕੁਛ ਵੀ ਨਹੀਂ, ਇਹਨੂੰ ਗਿਆਨ ਹੋ ਹੀ ਨਹੀਂ ਸਕਦਾ।
ਇਹਨੂੰ ਸਹੀ ਜੀਵਨ ਦੀ ਜਾਂਚ ਆ ਹੀ ਨਹੀਂ ਸਕਦੀ। ਜਿਹੜਾ ਆਪ ਬੁੱਝਦਾ ਨਹੀਂ ਹੈ, ਜਿਹੜੀ ਗੱਲ ਆ ਕਹਿ ਰਿਹਾ ਹੈ, ਜਿਹੜੇ ਉਪਦੇਸ਼ ਕਰ ਰਿਹਾ, ਜਿਹੜਾ ਆਪ ਆਪਣੇ ਪ੍ਰੈਕਟੀਕਲ ਨਹੀਂ ਕਰ ਰਿਹਾ, ਉਦੋਂ ਤੱਕ ਜੀਵਨ ਉੱਥੇ ਦੇ ਉੱਥੇ ਹੈ, ਮਾਈਨਸ ਹੈਗਾ ਉਹ। ਆਵਰ ਉਪਦੇਸ਼ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀਂ ਨਾ ਸੀਝੈ। ਮੂਰਖ ਬਾਮਣ ਪ੍ਰਭੂ ਸੰਭਾਲ। ਮਹਾਰਾਜ ਬ੍ਰਾਹਮਣ ਤੋਂ ਬਾਮਣ ਕਹਿਤਾ, ਮੂਰਖ ਬਾਮਣ ਪ੍ਰਭੂ ਸੰਭਾਲ। ਕਹਿੰਦੇ ਭਾਈ ਦੇਖ, ਹਾਲੇ ਵੀ ਹੈਗਾ ਤੇਰੇ ਕੋਲ ਸਵਾਸ ਹੈਗੇ, ਜੀਵਨ ਹੈਗਾ ਤੇਰੇ ਕੋਲ, ਚੇਂਜ ਹੋ ਸਕਦਾ ਹੈ ਹਾਲੇ ਵੀ ਤੂੰ। ਉਹ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ। ਮੂਰਖ ਬਾਮਣ ਪ੍ਰਭੂ ਸੰਭਾਲ, ਦੇਖ ਸੁਣਤ ਤੇਰੇ ਹੈ ਨਾਲ। ਉਹ ਮਾਲਕ ਪਰਮਾਤਮਾ ਤੈਨੂੰ ਦੇਖ ਰਿਹਾ, ਸੁਣ ਰਿਹਾ, ਤੇਰੇ ਨਾਲ ਹੈਗਾ, 24 ਘੰਟੇ ਤੇਰੇ ਨਾਲ ਹੈਗਾ। ਕਹੋ ਨਾਨਕ ਜੇ ਹੋਵੇ ਭਾਗ, ਮਾਨ ਛੋੜ ਗੁਰ ਚਰਨੀ ਲਾਗ। ਕਹਿੰਦੇ ਜੇ ਭਾਗਾਂ ਦੇ ਵਿੱਚ ਪਿਛਲਾ ਕੁਛ ਹੋਊਗਾ, ਚੰਗੇ ਭਾਗ ਹੋਣਗੇ, ਤੇ ਆਕੜ ਛੱਡ ਦਊਗਾ ਤੇ ਮੰਨ ਲਊਗਾ ਇਸ ਗੱਲ ਨੂੰ, ਆ ਗਿਆਨ ਨੂੰ ਮੰਨ ਲਊਗਾ, ਆਪ ਜਿਹੜਾ ਹੈਗਾ ਬੁੱਝ ਜਾਊਗਾ ਔਰ ਆਪ ਕਮਾਉਣ ਲੱਗ ਪਊਗਾ। ਕਹੋ ਨਾਨਕ ਜੇ ਹੋਵੇ ਭਾਗ, ਮਾਨ ਛੋੜ ਗੁਰ ਚਰਨੀ ਲਾਗ। ਆਸਾ ਮਹਲਾ ਪੰਜਵਾਂ। ਦੁਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਆ ਦੇਖ ਲਓ, ਆ ਧਿਆਨ ਸਿਮਰਨ ਕਰਨ ਦੇ ਨਾਲ, ਭਗਤੀ ਕਰਨ ਦੇ ਨਾਲ ਕਿਵੇਂ ਜਿਹੜੀ ਹੈਗੀ ਸਹਿਜ ਸਹਿਜ ਪ੍ਰੋਗਰੈਸ ਆਉਂਦੀ ਹੈ। ਇਹ ਦੁੱਖ ਜਿਹੜੇ ਹੈ, ਪਾਪ ਕੀਤੇ ਹੋਏ, ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਦੇ ਸਾਰੇ ਤਨ ਤੋਂ ਦੂਰ ਹੋ ਜਾਂਦੇ ਆ, ਗਤ ਹੋ ਜਾਂਦੇ ਆ, ਨਿਰਮਲ ਮਨ ਹੋ ਜਾਂਦਾ ਹੈ। ਇਸ ਤਰ੍ਹਾਂ ਗੁਣ ਪ੍ਰਗਟ ਹੋ ਜਾਂਦੇ ਆ। ਨਿਰਮਲ ਹਰ ਗੁਣ ਗਾਏ। ਧਿਆਨ ਸਿਮਰਨ ਕਰਨ ਦੇ ਨਾਲ ਮੇਨ ਮਕਸਦ ਕੀ ਹੈ? ਗੁਣ ਆਉਣੇ ਆਪਣੇ ਅੰਦਰ। ਆਹੀ ਜਿਹੜਾ ਭਗਤੀ ਦਾ ਮਤਲਬ ਇਹੀ ਹੈ। ਆਪਾਂ ਉਹ ਦਾਤ ਦੇ ਲਾਇਕ ਹੋਈਏ। ਉਹ ਜਿਹੜਾ ਹੈਗਾ ਆਪਣੇ ਕੋਲ, ਉਹ ਜਿਹੜਾ ਹੈਗਾ ਉਹ ਵੱਖਰ ਦੇ ਵਾਸਤੇ ਜਿਹੜਾ ਹੈਗਾ ਆਪਣੇ ਕੋਲ ਰਾਸ ਹੋਏ। ਕੋਈ ਚੀਜ਼ ਖਰੀਦਣ ਦੇ ਵਾਸਤੇ ਆਪਣੇ ਕੋਲ ਪੈਸੇ ਹੋਣ। ਨਾਮ ਰੂਪੀ ਨਾਮ ਖਰੀਦਣਾ ਹੈ ਤੇ ਉਹਦੇ ਵਾਸਤੇ ਗੁਣਾਂ ਵਾਲੇ ਪੈਸੇ ਚਾਹੀਦੇ। ਦੁੱਖ ਰੋਗ ਪਾਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਪਾਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤੀ ਨਾ ਜਾਏ। ਕਹਿੰਦੇ ਮੈਨੂੰ ਤਾਂ ਬਸ ਜਿਹੜਾ ਹੈਗਾ ਗਿਆਨ ਆ, ਗੁਰੂ ਜਿਹੜੇ ਹੈਗੇ ਇਹ ਸਤਿਗੁਰੂ ਬ੍ਰਹਮ ਗਿਆਨੀ, ਇਹ ਸਾਧ ਸੰਗਤ, ਇਹਦੇ ਨਾਲ ਕਹਿੰਦੇ ਮੇਰੇ ਅੰਦਰ ਖੇੜਾ ਹੀ ਖੇੜਾ ਆ ਗਿਆ। ਹੁਣ ਮੇਰਾ ਮਨ ਕਿਤੇ ਭੱਜਦਾ ਨਹੀਂ ਹੈ। ਅਬ ਮੇਰਾ ਮਨ ਕਤੀ ਨਾ ਜਾਏ। ਜਦ ਮਨ ਨੂੰ ਪਤਾ ਲੱਗ ਗਿਆ, ਮਨ ਨੂੰ ਛੋਟੀ ਲਕੀਰ ਵੱਡੀ ਲਕੀਰ ਆ ਗਈ ਉਹਦੇ ਅੱਗੇ। ਇਹ ਗਾਵਾਂਗੇ, ਧਿਆਨ ਸਿਮਰਨ ਕਰਾਂਗੇ ਤੇ ਆਟੋਮੈਟਿਕਲੀ ਇਹਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਚੇਂਜਸ ਆਏਗਾ ਤੇ ਇਨਸਾਨ ਨੂੰ ਪਤਾ ਲੱਗਦਾ ਹੈ ਭਾਈ ਆ ਹੈ ਕੀ ਚੀਜ਼, ਆ ਤਾਂ ਆਸ ਪਾਸ ਤਾਂ ਮੈਂ ਕਦੀ ਆ ਚੀਜ਼ ਤਾਂ ਮੈਂ ਦੇਖੀ ਨਹੀਂ ਸੀਗੀ। ਔਰ ਲੋਕੀ ਕਹਿਣ ਲੱਗ ਜਾਂਦੇ ਨਾਲ ਵਾਲੇ, ਕਹਿੰਦੇ ਬੰਦਾ ਜਿਹੜਾ ਕਿਸ ਤਰ੍ਹਾਂ ਦਾ ਸੀਗਾ ਹੁਣ ਕਿੰਨਾ ਜਿਹੜਾ ਬਦਲ ਗਿਆ ਬੰਦਾ। ਦੁੱਖ ਰੋਗ ਪਾਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਪਾਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤੀ ਨਾ ਜਾਏ। ਤਪਤ ਬੁਝੀ ਗੁਰ ਸ਼ਬਦੀ ਮਾਏ। ਹੇ ਮੇਰੀ ਮਾਂ, ਤੇ ਧਿਆਨ ਸਿਮਰਨ ਦੇ ਨਾਲ, ਸ਼ਬਦ ਅਭਿਆਸ ਦੇ ਨਾਲ ਮੇਰੀ ਜਿਹੜੀ ਹੈਗੀ ਇਹ ਤਪਤ ਜਿਹੜੀ ਹੈਗੀ, ਆਦਿ ਵਿਆਧੀ ਉਪਾਧੀ ਤਾਪ ਜਿਹੜੇ ਸੀਗੇ, ਇਹ ਸਾਰੇ ਦੀ ਸਾਰੇ ਤ੍ਰਿਸ਼ਨਾ ਦੀ ਤਪਤ ਬੁਝ ਗਈ। ਬਿਨਸ ਗਇਓ ਤਾਪ ਸਭ ਸਹਿਸਾ। ਕਹਿੰਦੇ ਪੂਰਾ ਦਾ ਪੂਰਾ ਤਾਪ ਜਿਹੜਾ ਹੈਗਾ ਖਤਮ ਹੋ ਗਿਆ, ਸਹਿਮ ਖਤਮ ਹੋ ਗਿਆ। ਗੁਰ ਸੀਤਲ ਮਿਲਿਓ ਸਹਿਜ ਸੁਭਾਏ। ਐਸਾ ਗੁਰੂ ਮਿਲ ਗਿਆ, ਐਸਾ ਗਾਈਡ ਮਿਲ ਗਿਆ, ਐਸਾ ਸੀਤਲ ਸਹਿਜ ਸੁਭਾਏ ਜਿਹੜਾ ਹੈ, ਸਹਿਜ ਦੇ ਵਿੱਚ ਮੈਨੂੰ ਲੈ ਇੰਨਾ ਪਿਆਰ ਪਾ ਦਿੱਤਾ ਮਾਲਕ ਪਰਮਾਤਮਾ ਦੇ ਨਾਲ। ਰਹਾਓ ਤਾਵਤ ਰਹੇ ਇੱਕ ਬੂਝਿਆ। ਕਹਿੰਦੇ ਮੇਰਾ ਧੌਣਾ ਖਤਮ ਹੋ ਗਿਆ। ਹੁਣ ਕਿਵੇਂ? ਕਹਿੰਦੇ ਉਹ ਇੱਕ, ਹੁਣ ਮੈਨੂੰ ਡੁਐਲਿਟੀ ਨਹੀਂ ਹੈ। ਸਾਹਮਣੇ ਮੈਂ ਦੌੜਦਾ ਸੀਗਾ, ਮੈਨੂੰ ਦੂਸਰੇ ਨਜ਼ਰ ਆਉਂਦੇ ਸੀਗੇ, ਮਾਇਆ ਨਜ਼ਰ ਆਉਂਦੀ ਸੀ ਦੂਸਰੀ। ਕਹਿੰਦੇ ਉਹ ਇੱਕ ਹੀ ਹੁਣ ਇੱਕ ਬੁੱਝ ਲਿਆ। ਤਾਵਤ ਰਹੇ ਇੱਕ ਬੁੱਝਿਆ। ਉਹ ਇੱਕ ਜਿਹੜਾ ਹੈਗਾ ਉਹਨੂੰ ਬੁੱਝ ਲਿਆ। ਹੁਣ ਪ੍ਰੈਕਟੀਕਲ ਹੋ ਗਿਆ, ਅੰਦਰ ਵਸ ਗਿਆ ਬਈ ਕੋਈ ਦੂਸਰਾ ਨਹੀਂ ਹੈਗਾ। ਤਾਵਤ ਰਹੇ ਇੱਕ ਬੁੱਝਿਆ, ਆਏ ਬਸੇ ਅਬ ਨਹੀਂ ਚਲ ਥਾਏ। ਕਹਿੰਦੇ ਹੁਣ ਜਿਹੜੇ ਹੈਗੇ
ਵਿਚਾਰ ਹੀ ਨਹੀਂ ਜਾ ਹੈ, ਹੁਣ ਵਿਚਾਰ ਹੀ ਨਹੀਂ ਆ ਰਹੇ। निश्चल हो गया, ऐसा ठिकाना आ गया अंदर। तावत रहे एक एक बूझिया, आए बसे अब निश्चल थाए, जगत उदाहरण संत तुम्हारे, दर्शन पेकत रहे अगाए। वाह मालका वाह, वाह तेरे ਜਿਹੜੇ ਹੈਗੇ ਬ੍ਰਹਮ ਗਿਆਨੀ, ਵਾਹ ਤੇਰੇ ਗੁਰੂ, ਤੇਰੇ ਸਤਿਗੁਰੂ ਇਸ ਸੰਸਾਰ ਜਗਤ ਨੂੰ ਉਦਾਹਰਨ ਵਾਸਤੇ ਆਏ। ਉਹਨਾਂ ਦੇ ਦਰਸ਼ਨਾਂ ਦੇ ਨਾਲ, ਉਹਨਾਂ ਦੀ ਸੰਗਤ ਦੇ ਨਾਲ ਜਿਹੜਾ ਹੈਗਾ ਮਨ ਜਿਹੜਾ ਹੈਗਾ ਤ੍ਰਿਪਤ ਹੋ ਜਾਂਦਾ। ਜਨਮ ਦੋਖ ਪਰੇ ਮੇਰੇ ਪਾਛੈ, ਕਹਿੰਦੇ ਜਨਮਾਂ ਜਨਮਾਂ ਦੇ ਕੀਤੇ ਪਾਪ, ਕਦੀ ਆਪਾਂ ਨੇ ਪਾਪ ਲਾਏ ਤਾਂ ਹੈ ਹੀ ਨਹੀਂ, ਸਾਰੇ ਤਾਂ ਇਕੱਠੇ ਹੋਏ ਪਏ ਸੀ। ਜਨਮ ਦੋਖ ਪਰੇ ਮੇਰੇ ਪਾਛੇ, ਕਹਿੰਦੇ ਉਹ ਤਾਂ ਪਰੇ ਰਹਿ ਗਏ। ਅਬ ਪਕੜੇ ਨਿਹਚਲ ਸਾਧੂ ਪਾਏ, ਕਹਿੰਦੇ ਨਿਹਚਲ ਜਿਹੜਾ ਸਾਧੂ ਸੀਗਾ ਉਹਦੇ ਪੈਰ ਫੜ ਲਏ ਨਿਹਚਲ, ਮੈਂ ਵੀ ਨਿਹਚਲ ਹੋ ਗਿਆ। ਇਹ ਸ਼ਬਦ ਰੂਪੀ ਪੈਰ, ਅਨਹਤ ਸ਼ਬਦ ਚੱਲ ਪਏ ਅੰਦਰ। ਹੁਣ ਸਹਿਜ ਧੁਨ ਗਾਵੈ ਮੰਗਲ ਮਨੁਆ, ਮਨ ਜਿਹੜਾ ਹੈਗਾ ਭਗਤੀ ਕਰਨ ਲੱਗ ਪਿਆ, ਮਨ ਖੇੜੇ ਦੇ ਵਿੱਚ ਆ ਗਿਆ, ਵਿਕਾਸ ਦੇ ਵਿੱਚ ਆ ਗਿਆ। ਅਬ ਤਾਂ ਕੋ ਪੁਨ ਕਾਲ ਨਾ ਖਾਏ, ਹੁਣ ਕਾਲ ਕਿਵੇਂ ਜਿਹੜਾ ਜੂਨਾਂ 'ਚ ਪਾ ਸਕਦਾ ਭਾਈ, ਕਿਵੇਂ ਜਿਹੜਾ ਹੈਗਾ ਜਿਹੜਾ ਮਨੁੱਖੀ ਜੂਨ ਮਿਲੀ ਹੈ ਇਹਨੂੰ ਜਿਹੜਾ ਹੈਗਾ ਅਸਫਲ ਕਰ ਸਕਦਾ ਹੈ। ਕਰਨ ਕਾਰਨ ਸਮਰੱਥ ਹਮਾਰੇ, ਸੁਖਦਾਈ ਮੇਰੇ ਹਰ ਹਰ ਰਾਏ, ਕਹਿੰਦੇ ਉਹ ਮਾਲਕ ਪਰਮਾਤਮਾ ਕਰਨ ਵਾਲਾ ਵੀ ਹੈ ਅਤੇ ਕਾਰਨ ਵੀ ਹੈਗਾ ਅਤੇ ਉਹ ਕਰਨ ਦੇ ਸਮਰੱਥ ਵੀ ਹੈਗਾ। ਉਹ ਮਾਲਕ ਪਰਮਾਤਮਾ ਹੁਣ ਮੇਰੇ ਸਿਰ 'ਤੇ ਹੈਗਾ, ਉਹਦਾ ਧਿਆਨ ਸਿਮਰਨ ਹੋ ਰਿਹਾ। ਕਰਨ ਕਾਰਨ ਸਮਰੱਥ ਹਮਾਰਾ, ਸੁਖਦਾਈ ਮੇਰੇ ਹਰ ਹਰ ਰਾਏ, ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰੇ ਸੰਗ ਸਹਾਏ। ਔਰ ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਓਤ ਪੋਤ, ਜਿਵੇਂ ਤਾਣਾ ਜਿਹੜਾ ਹੈਗਾ ਕ੍ਰਾਸ ਵਾਈਜ਼ ਅਤੇ ਲੌਂਗੀਟਿਊਡਨਲ 'ਤੇ ਜਿਹੜਾ ਹੈਗਾ ਹੌਰੀਜ਼ੈਂਟਲ ਜਿਹੜਾ ਹੈਗਾ, ਉਸ ਤਰ੍ਹਾਂ ਦਾ ਜਿਹੜਾ ਓਤ ਪੋਤ ਹੋ ਜਾਂਦਾ। ਦੇਖੋ ਉਹੀ ਧਾਗਾ ਕਿੰਨਾ ਕਮਜ਼ੋਰ ਹੁੰਦਾ ਹੈ, ਜਦ ਉਹਦੇ ਵਿੱਚ ਜਿਹੜਾ ਹੈਗਾ ਕੱਪੜਾ ਬੁਣਿਆ ਜਾਂਦਾ ਅਤੇ ਖਿੱਚੋ ਅਤੇ ਫਟਦਾ ਨਹੀਂ ਹੈ, ਔਰ ਊਂ ਧਾਗਾ ਦੇਖ ਲਓ ਅਤੇ ਟੁੱਟ ਜਾਂਦਾ ਹੈ। ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰੇ ਸੰਗ ਸਹਾਏ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਅਭਿਆਸੀ ਦੇ ਅੰਗ ਸੰਗ ਹੋ ਜਾਂਦਾ ਹੈ, ਔਰ ਜਿਹੜਾ ਹੈਗਾ ਭਗਤੀ ਮਾਰਗ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੀ ਹੈਗੀ ਯਾਤਰਾ ਕਰਕੇ, ਅਭਿਆਸ ਕਰਕੇ ਜਿਹੜਾ ਹੈਗਾ ਆਪਾਂ ਜਿਉਂਦੇ ਹੋ ਜਾਂਦੇ ਹਾਂ ਭਾਈ। ਆਸਾ ਮਹੱਲਾ ਪੰਜਵਾਂ। ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ ਰਹਾਓ। ਜਿਹੜਾ ਇਨਸਾਨ ਨੈਗੇਟਿਵਿਟੀ ਦੇ ਵਿੱਚ ਹੁੰਦਾ ਹੈ, ਨਿੰਦਾ ਦੇ ਵਿੱਚ ਹੁੰਦਾ ਹੈ, ਦੂਸਰੇ ਨੂੰ ਜਿਹੜਾ ਹੈਗਾ ਸਮਝਦਾ ਹੈ, ਜਿਹੜਾ ਹੈਗਾ ਦੂਸਰਾ ਜਿਹੜਾ ਹੈਗਾ ਉਹਦੇ ਬਾਰੇ ਉਹਦੇ ਅੰਦਰ ਜਿਹੜੇ ਹੈਗੇ ਕ੍ਰੋਧ ਆਉਂਦਾ ਹੈ, ਅਤੇ ਉਹ ਕੀ ਕਰਦਾ, ਕਹਿੰਦੇ ਅਰੜਾਉਂਦਾ ਹੈ, ਆਪ ਹੀ ਬੋਲਦਾ ਰਹੂਗਾ, ਇਕੱਲਾ ਹੀ ਗੱਲਾਂ ਕਰਦਾ ਰਹੂਗਾ, ਆਪ ਹੀ, ਕੋਈ ਨਹੀਂ ਹੋਊਗਾ ਤਾਂ ਵੀ ਬੋਲਦਾ ਰਹੂਗਾ। ਅਰੜਾਵੈ ਬਿਲ ਲਾਵੈ, ਉਹਦੇ ਬਸ ਨਹੀਂ ਹੈਗਾ, ਬਿਲਕਦਾ ਹੈਗਾ, ਦੁਖੀ ਹੁੰਦਾ ਹੈ। ਅਰੜਾਵੈ ਬਿਲ ਲਾਵੈ ਨਿੰਦਕ, ਕਿਉਂਕਿ ਨਿੰਦਾ ਆਬਾਦੀ ਹੈ, ਨਿੰਦਾ ਦੇ ਪਿਛਲੇ ਸੰਸਕਾਰ ਹੈਗੇ, ਔਰ ਹੁਣ ਵੀ ਪਰਿਵਰਤਨ ਨਹੀਂ ਕੀਤਾ ਅਤੇ ਉਹ ਇਹਦੇ ਵਿੱਚ ਰਹਿੰਦਾ ਹੈ। ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ ਰਹਾਓ। ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਨਹੀਂ ਕਰਦਾ, ਉਹ ਸ਼ਬਦ ਅਭਿਆਸ ਨਹੀਂ ਕਰਦਾ, ਅੰਦਰ ਨਹੀਂ ਵੜਦਾ ਆਪਣੇ, ਉਹ ਮਾਲਕ ਪਰਮਾਤਮਾ ਵਿਸਰ ਗਿਆ ਅਤੇ ਇਸ ਕਰਕੇ ਉਹ ਨਿੰਦਾ ਦੀ ਵਾਦੀ ਨਹੀਂ ਛੱਡ ਸਕਦਾ। ਆਪਣਾ ਕੀਤਾ ਪਾਵੇ ਨਿੰਦਕ, ਜੋ ਕਰਦਾ ਹੈ ਫਿਰ ਜਿਹੜਾ ਹੈਗਾ ਉਹਦਾ ਫਿਰ ਜਿਹੜਾ ਫਲ ਮਿਲਦਾ ਹੈ ਉਹਨੂੰ, ਆ ਵੀ ਫਲ ਹੀ ਮਿਲ ਰਿਹਾ, ਦੁਖੀ ਹੋ ਰਿਹਾ ਵਿਚਾਰਾ। ਰਹਾਓ ਅਰੜਾਵੇ ਬਿਲ ਲਾਵੇ ਨਿੰਦਕ, ਬਹੁਤ ਜਿਹੜੀ ਹੈਗੀ ਆਪਾਂ ਨੂੰ ਚਾਂਸ ਹੈਗਾ ਸ਼ਿਫਟ ਹੋਣ ਦੇ ਵਾਸਤੇ, ਵਰਕਆਊਟ ਵਾਸਤੇ। ਅਰੜਾਵੇ ਬਿਲ ਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ। ਔਰ ਆਮ ਜਿਹੜੇ ਹੈਗੇ ਦੇਖੋ ਫਾਉਲ ਤਾਂ ਮੇਜਰ ਫਾਉਲ ਤਾਂ ਉੱਥੇ ਹੋ ਜਾਂਦਾ ਜੇ ਕਿਤੇ ਜਿਹੜਾ ਹੈ ਭਗਤਾਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ ਹੈ, ਜਿਹੜੇ ਹੈ ਨਾਮ ਅਭਿਆਸੀਆਂ ਦੀ ਨਿੰਦਾ ਸ਼ੁਰੂ ਹੋ ਜਾਂਦੀ ਹੈ, ਬਸ ਫਿਰ ਉੱਥੇ ਉਹ ਮੇਜਰ ਫਾਉਲ ਹੋ ਜਾਂਦਾ ਹੈ। ਵੀਰ ਜੀ ਜਦੋਂ ਪਰਮੇਸ਼ਰ ਵਿਸਰ ਗਿਆ ਬਾਕੀ ਸਾਰੀ ਨਿੰਦਾ ਹੀ ਨਿੰਦਾ ਹੋਈ? ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੈਗਾ ਵੀਰ ਜੀ,
ਨਿੰਦਾ ਜਿਹੜੀ ਐ ਅਲੱਗ ਹੈਗੀ। ਨਿੰਦਾ ਜਿਹੜੀ ਹੈਗੀ ਤੁਸੀਂ ਜਿਹੜੇ ਹੈਗੇ ਆ ਕਿਸੇ ਜਿਹੜੇ ਹੈਗੇ ਦੇਖੋ ਉਹਦੇ ਅੰਦਰ ਕੋਈ ਅਵਗੁਣ ਨਹੀਂ ਹੈਗਾ ਔਰ ਤੁਸੀਂ ਜਿਹੜਾ ਹੈਗਾ ਉਹਨੂੰ ਨਿੰਦਾ ਕਰ ਰਹੇ ਹੋ ਉਹਦੀ। ਇਹਦਾ ਮਤਲਬ ਜਿੰਨੀ ਦੇਰ ਪ੍ਰਮਾਤਮਾ ਵਿਸਰਦਾ ਨਹੀਂ ਉਨੀ ਦੇਰ ਨਿੰਦਾ ਨਹੀਂ ਬੰਦਾ ਕਰਦਾ। ਹਾਂ ਨਿੰਦਾ ਜੇ ਕਿਉਂਕਿ ਨਿੰਦਾ ਜਿਹੜਾ ਕਰ ਰਿਹਾ ਉਹਦੇ ਅੰਦਰ ਫਿਰ ਪਰਮਾਤਮਾ ਵਿਸਰ ਜਾਂਦਾ ਉਹਨੂੰ। ਉਹਦੇ ਅੰਦਰ ਪਰਮਾਤਮਾ ਜਿਹੜਾ ਹੈ ਧਿਆਨ ਆ ਹੀ ਨਹੀਂ ਸਕਦਾ, ਧਿਆਨ ਸਿਮਰਨ ਹੋ ਹੀ ਨਹੀਂ ਸਕਦਾ। ਉਹ ਤਾਂ ਕਹਿੰਦੇ ਕਿ ਉਹ ਤਾਂ ਬਿਲਕੁਲ ਕਹਿੰਦੇ ਛੱਡੋ ਪਰੇ, ਪਾਸੇ ਹੋ ਜਾਓ ਤੁਸੀਂ, ਸਾਨੂੰ ਜਿਹੜਾ ਮੈਂ ਜਿਸ ਤਰ੍ਹਾਂ ਕਰ ਰਿਹਾ ਮੈਨੂੰ ਕਰਨ ਦਿਓ। ਉਹ ਨਹੀਂ ਸੁਣਦਾ ਕਿਸੇ ਦੀ ਗੱਲ। ਅਰੜਾਵੇ ਬਿਲ ਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੇ ਨਿੰਦਕ ਰਾਵ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ। ਉਹ ਬਥੇਰੇ ਮਿਲ ਜਾਂਦੇ ਆ ਉਹ ਜਿਹੜੇ ਕਿਸੇ ਦੀ ਨਿੰਦਾ ਕਰਨ ਵਾਲੇ ਜਿਹੜੇ ਬੈਠੋ। ਇਹ ਤਾਂ ਦੇਖੋ ਬਿਲਕੁਲ ਜਿਹੜਾ ਹੈਗਾ ਇਹ ਤਾਂ ਚਾਹੁੰਦੇ ਆ ਲੋਕ ਜਿਹੜੇ ਹੈਗੇ ਇਹ ਵਾਦੀ ਜਿਹੜੀ ਹੈਗੀ ਬਈ ਕੀ ਗੱਲ ਹੋ ਰਹੀ ਹੈ, ਬੜਾ ਫੱਟ ਦੇਣੀ ਆਪਾਂ ਜਾਂਦੇ ਹਾਂ ਜਾ ਕੇ ਵੀ ਕੀ ਗੱਲ ਹੋ ਰਹੀ ਭਾਈ, ਬਈ ਆਹ ਕਿਸੇ ਉਹਦੀ ਫਲਾਨੇ ਦੀ ਇਸ ਤਰ੍ਹਾਂ, ਫਲਾਨੇ ਦੇ ਇਸ ਤਰ੍ਹਾਂ, ਉਹਦਾ ਇਸ ਤਰ੍ਹਾਂ ਹੈ, ਉਹਦਾ ਇਸ ਤਰ੍ਹਾਂ ਹੈ। ਬਸ ਸ਼ੁਰੂ ਹੋ ਜਾਂਦੇ ਆ ਫਿਰ ਉੱਥੇ ਜਿਹੜਾ ਸਾਰੇ ਨਹੀਂ ਦੇਖਦੇ ਕੋਈ ਵੱਡਾ ਛੋਟਾ, ਕੋਈ ਵਿਚਾਰਾ ਜਿਹੜਾ ਹੈਗਾ ਸਾਧੂ ਹੈਗਾ, ਸਾਧਨਾ ਕਰਨ ਵਾਲਾ ਹੈ, ਕਿਹੋ ਜਿਹਾ ਹੈਗਾ, ਸਾਰੇ ਰਗੜ ਦਿੰਦੇ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ, ਅਣਹੋਂਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ। ਦੇਖ ਲਓ ਕਹਿੰਦੇ ਆ ਅਣਹੋਂਦਾ ਕਹਿੰਦੇ ਆ ਨਹੀਂ ਇਹ ਜਿਹੜਾ ਹੈਗਾ ਨਿੰਦਾ ਕਰਨ ਦੀ ਲੋੜ ਨਹੀਂ ਸੀਗੀ ਉਹਨੂੰ। ਉਹਦੇ ਨਾਲ ਕੀ ਮਿਲਿਆ ਉਹਨੂੰ? ਸਿਰਫ ਜਿਹੜਾ ਹੈਗਾ ਨਿੰਦਾ ਕਰਨ ਦਾ ਇੱਕ ਜਿਹੜਾ ਹੈਗਾ ਆਦਤ ਹੈਗੀ ਆ, ਬਸ ਮਿਲਦਾ ਤਾਂ ਕੁਛ ਵੀ ਨਹੀਂ ਹੈ ਨਾ। ਅਗਲੇ ਨੂੰ ਜਿਹੜੇ ਜਿੱਤੀ ਨਿੰਦਾ ਕਰ ਰਿਹਾ ਉਹ ਤਾਂ ਪਤਾ ਨਹੀਂ ਕਿੱਥੇ ਇੰਡੀਆ ਬੈਠਾ ਜਾਂ ਕਿਤੇ ਹੋਰ ਬੈਠਾ ਹੈ, ਕਿਤੇ ਹੈਗਾ ਕਿਤੇ ਉਹ ਭਾਵੇਂ ਮਾਰੀ ਗਿਆ ਹੋਵੇ ਬੰਦਾ, ਫਿਰ ਵੀ ਜਿਹੜਾ ਹੈਗਾ ਬੋਲੀ ਜਾਣਾ ਉਹਦੇ ਅਗੇਂਸਟ ਦੇ ਵਿੱਚ। ਅਣਹੋਂਦਾ ਕਹਿੰਦੇ ਜਿਹੜੀ ਚੀਜ਼ ਮਤਲਬ ਬਚ ਸਕਦਾ ਹੈ, ਅਣਹੋਂਦਾ ਜਿਹੜਾ ਨਹੀਂ ਹੈਗਾ ਜਿਹੜਾ ਨਿੰਦਾ ਕਰਨ ਦੇ ਨਾਲ ਚੱਲ ਬਈ ਤੂੰ ਜਿਹੜਾ ਹੈਗਾ ਨਹੀਂ ਤੂੰ ਪੁੰਨ ਖੱਟਣੇ, ਨਹੀਂ ਧਿਆਨ ਸਿਮਰਨ ਕਰਨਾ, ਨਹੀਂ ਤੂੰ ਭਗਤੀ ਕਰਨੀ, ਘੱਟ ਤੋਂ ਘੱਟ ਆਹ ਚੀਜ਼ ਤਾਂ ਨਾ ਕਰਨਾ। ਆਹ ਨੈਗੇਟਿਵਿਟੀ ਕਾਹਦੇ ਵਾਸਤੇ ਜਿਹੜੇ ਹੈਗੇ ਆਹ ਚੀਜ਼, ਇਹ ਭਾਰ ਕਿਉਂ ਚੁੱਕ ਰਹੇ ਹੋ ਭਾਈ? ਆਹ ਕਾਹਦੇ ਵਾਸਤੇ ਜਿਹੜਾ ਨਿੰਦਾ ਵਾਲਾ? ਹਾਂਜੀ ਆਪਾਂ ਆਮ ਸਿੱਖ ਜਿਹੜਾ ਔਰੰਗਜ਼ੇਬ ਆ ਹਾਂਜੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹੀ ਆ, ਆਪਾਂ ਬੋਲਦੇ ਵੀ ਆ। ਹਾਂ ਪਰ ਜਿਹੜੀ ਸਚਾਈ ਜਿਹੜੀ ਬੋਲਣੀ ਆ ਉਹ ਤਾਂ ਨਹੀਂ ਨਾ ਨਿੰਦਾ ਹੋ ਸਕਦੀ, ਰਾਈਟ? ਨਹੀਂ, ਸੱਚਾਈ ਨਿੰਦਾ ਨਹੀਂ ਹੋ ਸਕਦੀ, ਬਿਲਕੁਲ ਠੀਕ ਹੈ। ਸੱਚਾਈ ਨਿੰਦਾ ਨਹੀਂ ਹੋ ਸਕਦੀ, ਪਰ ਆਪਾਂ ਨੂੰ ਜਿਹੜੀ ਹੈਗੀ ਉਹ ਨਿੰਦਾ ਕਰਨ ਉਹ ਸੱਚਾਈ ਬੋਲਣ ਦੇ ਨਾਲ ਫਾਇਦਾ ਕੀ ਹੋ ਰਿਹਾ ਆਪਾਂ ਨੂੰ? ਨਹੀਂ, ਹਿਸਟਰੀ ਬੁੱਕ ਜਦੋਂ ਆਪਾਂ ਹਾਂ ਪੜ੍ਹਦੇ ਉਹ ਠੀਕ ਹੈ ਬੇਟਾ, ਹਾਂ ਨਹੀਂ ਉਹ ਠੀਕ ਹੈ। ਮੈਂ ਵੈਸੇ ਕਹਿਣਾ ਕਿ ਕਿਸੇ ਦੇ ਅੰਦਰ ਅਵਗੁਣ ਹੈਗੇ ਆਪਾਂ ਚਲੋ ਮੰਨ ਲਓ ਅਵਗੁਣ ਹੈਗੇ ਆ ਤੇ ਆਪਾਂ ਨੂੰ ਉਹਦੇ ਅਵਗੁਣ ਜਿਹੜੇ ਆ ਪਿਨ ਪੁਆਇੰਟ ਕਰਨ ਦੇ ਨਾਲ ਆਪਾਂ ਨੂੰ ਤਾਂ ਨਹੀਂ ਫਾਇਦਾ ਕੁਛ ਹੁੰਦਾ। ਆਪਾਂ ਉਹ ਵੀ ਠੀਕ ਆ, ਹਾਂ ਠੀਕ ਆ ਤੁਹਾਡੀ ਗੱਲ। ਹਾਂ ਨਿੰਦਿਆ ਦਾ ਝੂਠੀ ਗੱਲ ਹੁੰਦੀ ਹੈ ਜੀ, ਇਹ ਝੂਠੀ ਗੱਲ ਚਾਰ ਨਾਲ ਹੋਰ ਲਾ ਕੇ ਕਹਿ ਦੇਣੀ। ਹਾਂਜੀ ਬਿਲਕੁਲ ਠੀਕ ਹੈ ਜੀ, ਹਾਂ ਬਿਲਕੁਲ ਠੀਕ ਹੈ। ਪਰ ਫਿਰ ਵੀ ਆਪਾਂ ਤਾਂ ਜਿਹੜੇ ਕਹਿੰਦੇ ਜਿਹੜੇ ਚਲੋ ਸੱਚਾਈ ਹੈਗੀ ਅਗਲੇ ਦੇ ਅੰਦਰ ਅਵਗੁਣ ਹੈਗੇ, ਠੀਕ ਹੈ ਭਾਈ। ਆਪਾਂ ਉਹਦੇ ਅਵਗੁਣ ਦੇਖ ਕੇ ਆਪਾਂ ਆਪਣੇ ਅੰਦਰ ਦੇਖੋ ਵੀ ਮੇਰੇ ਅੰਦਰ ਵੀ ਕਿਤੇ ਇਹ ਅਵਗੁਣ ਤਾਂ ਨਹੀਂ ਪਏ। ਬਸ ਆਹ ਚੀਜ਼ ਆ, ਦੂਜੇ ਦੇ ਅਵਗੁਣ ਇਸ ਵਾਸਤੇ ਆਪਾਂ ਜਿਹੜੇ ਹੈਗੇ ਤਾਂ ਆਪਣਾ ਫਾਇਦਾ ਹੋ ਜਾਏਗਾ। ਆਪਣੇ ਆਪਾਂ ਨੇ ਦੂਰ ਕਰਨੇ ਆ, ਉਹਦੇ ਨਹੀਂ ਦੂਰ ਕਰ ਸਕਦੇ ਆਪਾਂ। ਭਾਜੀ ਆਪਣੇ ਚਾਰ ਗੁਣ ਹੋਣਗੇ ਤਾਂ ਹੀ ਉਹ ਅੰਡਰਸਟੈਂਡ ਕਰਦਾ ਬੰਦਾ ਕਿ ਉਹਦੇ 'ਚ ਇਹ ਅਵਗੁਣ ਆ, ਕਿਉਂਕਿ ਤੁਸੀਂ ਆਪਣੀ ਵਿਲ ਪਾਵਰ ਵੇਸਟ ਕਰਦੇ ਆ। ਜੇ ਕਿਸੇ ਦੀ ਨਿੰਦਿਆ ਦੀ ਡੂੰਘਾਈ 'ਚ ਜਾਂਦੇ ਆ, ਤੁਹਾਡੇ 'ਚ ਉਹ ਪਹਿਲਾਂ ਅਵਗੁਣ ਆਉਂਦੇ, ਉਹਦੀ ਗੱਲ ਸੁਣ ਕੇ ਉਹ ਚੀਜ਼ਾਂ ਤੁਹਾਡੇ 'ਚ ਪ੍ਰਗਟ ਹੁੰਦੀਆਂ ਔਰ ਤੁਹਾਡੀ ਵਿਲ ਪਾਵਰ ਵੇਸਟ ਹੁੰਦੀ ਹੈ। ਬਿਲਕੁਲ ਹੁੰਦੀ ਹੈ। ਮਤਲਬ ਜੇ ਤੁਸੀਂ ਜੇ ਕਿਸੇ ਦੇ ਅਵਗੁਣ ਆਪਾਂ ਨੇ ਦੇਖਦੇ ਹਾਂ ਜਾਂ ਉਹ ਤਾਂ ਹੀ ਤਾਂ ਕਹਿੰਦੇ ਆ ਨਾ, ਬਾਣੀ ਕਹਿੰਦੀ ਹੈ ਕਿ ਭਾਈ ਜਿਹੜਾ ਹੈਗਾ ਦੇਖ ਕੇ ਅਨਡਿਟ ਕਰ ਦਿਓ। ਬਾਣੀ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਦੇਖ ਕੇ ਅਨਡਿਟ ਕਰਨਾ, ਇਹੀ ਅਨਡਿਟ ਕਰਨਾ ਹੈ ਭਾਈ। ਸਾਰਿਆਂ ਦੀ ਜੀ, ਚਾਹੇ ਜੇ ਕੋਈ ਚੰਗੀ ਚੀਜ਼ ਜ਼ਿਆਦਾ ਲੱਗਦਾ ਗ੍ਰਹਿਣ ਕਰ ਲਓ, ਨਹੀਂ ਕੱਢ ਕੇ ਆ ਜਾਓ, ਆਪਦੀ ਚੀਜ਼ ਆਪੇ ਸੰਭਾਲੀ ਜਾਊ। ਹਾਂ ਬਿਲਕੁਲ, ਬਸ ਬਿਲਕੁਲ ਠੀਕ ਹੈ ਜੀ। ਔਰ ਜੇ ਕਿਤੇ ਜਿਹੜਾ ਹੈਗਾ ਕੋਈ ਜਿਹੜਾ ਸੇਧ ਲੈਣਾ ਚਾਹੁੰਦਾ ਹੈ, ਜੇ ਕੋਈ ਉਹ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ ਤੇ ਫਿਰ ਉਹਨੂੰ ਥੋੜ੍ਹਾ ਜਿਹਾ ਦੇ ਦਿਓ, ਗਿਆਨ ਦੇ ਦਿਓ ਬਸ। ਜੇ ਆਪਾਂ ਕੁਛ ਉਹਦੀ ਮਦਦ ਕਰ ਸਕਦੇ ਹਾਂ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ,
ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਕਹਿੰਦੇ ਨਿੰਦਕ ਜਿਹੜਾ ਹੈਗਾ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਆਪਣੇ ਆਪ ਨੂੰ ਸਾੜਦਾ ਰਹਿੰਦਾ ਹੈ, ਦੁਖੀ ਹੁੰਦਾ, ਸੁੱਖ ਥੋੜ੍ਹੀ ਨਾ ਮਿਲਦਾ ਹੈ ਨਿੰਦਾ ਕਰਨ ਦੇ ਨਾਲ। ਔਰ ਦੂਸਰੇ ਦੇ ਵਾਸਤੇ ਕਾਹਦੇ ਵਾਸਤੇ ਨਿੰਦਾ ਕਰਨੀ ਹੈ? ਉਹਦਾ ਜੀਵਨ ਹੈਗਾ, ਉਹਦਾ ਜੀਵਨ ਹੈਗਾ। ਉਹ ਭਾਵੇਂ ਜਿਹੜਾ ਹੈਗਾ ਗੰਦਗੀ ਦੇ ਵਿੱਚ ਜਾ ਕੇ ਲੇਟ ਜਾਏ, ਭਾਵੇਂ ਜਿਹੜਾ ਹੈਗਾ ਫੁੱਲਾਂ ਦੇ ਵਿੱਚ ਜਾ ਕੇ ਖੁਸ਼ਬੂ ਲੈ ਲੈ ਬਾਗ ਦੇ ਵਿੱਚ, ਉਹਦੀ ਮਰਜ਼ੀ ਹੈਗੀ ਆ। ਆਪਾਂ ਕੌਣ ਹੁੰਦੇ ਆ ਵੀ ਉਹਦੇ ਜੀਵਨ ਨੂੰ ਆਪਾਂ ਜਿਹੜੇ ਹੈਗੇ ਉਹਨੂੰ ਵਾਚਣ ਵਾਲੇ, ਵਿਚਾਰਨ ਵਾਲੇ ਆਪਾਂ ਕੌਣ ਹੁੰਦੇ ਆ ਭਾਈ? ਆਪਾਂ ਰੱਬ ਹੋ ਗਏ ਆ। ਆਪਾਂ ਆਪਣਾ ਜੀਵਨ ਕਿਉਂ ਜਿਹੜਾ ਹੈਗਾ ਅੱਗ 'ਚ ਸਾੜਦੇ ਆ, ਨਿੰਦਾ ਵਾਲੀ ਅੱਗ ਦੇ ਵਿੱਚ। ਅਣਹੋਂਦਾ ਅਜਗਰ ਭਾਰ ਉਠਾਏ, ਬਹੁਤ ਕਮਾਲ ਦਾ ਜਿਹੜਾ ਹੈਗਾ ਦੇਖੋ ਇਹਦੇ ਵਿੱਚ ਗਿਆਨ ਹੈਗਾ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਹੁਣ ਇਹ ਮਹਾਰਾਜ ਕੀ ਕਹਿ ਰਹੇ? ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੇ, ਸੋ ਨਾਨਕ ਆਖ ਸੁਣਾਵੇ। ਕਹਿੰਦੇ ਇਹ ਮਾਲਕ ਪਰਮਾਤਮਾ ਦੇ ਦੁਆਰ 'ਤੇ ਇਸ ਤਰ੍ਹਾਂ ਦਾ ਨਿਯਮ ਹੈਗਾ ਭਾਈ। ਇਹ ਨਿੰਦਾ ਵਾਲਾ ਜਿਹੜਾ ਹੈਗਾ ਇਸ ਤਰ੍ਹਾਂ ਭਾਰ ਉਠਾਉਂਦਾ ਹੈ, ਅਣਹੋਂਦਾ ਭਾਰ ਉਠਾਉਂਦਾ ਹੈ ਔਰ ਆਪਣਾ ਕੀਤਾ ਪਾਉਂਦਾ ਹੈ। ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੇ, ਜਿਹੜਾ ਉੱਥੇ ਬਤੀਤ ਦਾ ਹੈਗਾ ਭਾਈ, ਜੋ ਉੱਥੇ ਹੁੰਦਾ ਆ, ਜੋ ਉਹਦੇ ਰੂਲ ਹੈਗੇ ਆ, ਜੋ ਧਰਮਰਾਜ ਬਿਠਾਇਆ ਹੋਇਆ ਆ। ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੇ, ਸੋ ਨਾਨਕ ਆਖ ਸੁਣਾਵੇ। ਕਹਿੰਦੇ ਉਹ ਨਾਨਕ ਪੰਜਵੀਂ ਪਾਤਸ਼ਾਹੀ ਕਹਿੰਦੇ ਭਾਈ ਮੈਂ ਤਾਂ ਉਹੀ ਕੁਝ ਦੱਸਿਆ ਹੈ। ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੇ। ਭਗਤੀ ਵਾਰ ਕਰਨ ਵਾਲੇ ਕਹਿੰਦੇ ਆ ਉਹ ਹਮੇਸ਼ਾ ਆਨੰਦ ਦੇ ਵਿੱਚ ਹੁੰਦੇ ਆ, ਉਹ ਧਿਆਨ ਸਿਮਰਨ ਕਰਦੇ ਆ। ਐਸਾ ਕੀਰਤਨ ਕਰ ਮਨ ਮੇਰੇ, यहाँ वहाँ जो काम ਤੇਰੇ, ਉਹ ਵਿਕਸਿਤ ਰਹਿੰਦੇ ਆ, ਖੁਸ਼ਹਾਲ ਰਹਿੰਦੇ ਆ, ਆਨੰਦ ਦੇ ਵਿੱਚ ਰਹਿੰਦੇ ਆ, ਖੇੜੇ ਦੇ ਵਿੱਚ ਰਹਿੰਦੇ ਆ। ਆਸਾ ਮਹਲਾ ਪੰਜਵਾਂ। ਜੋ ਮੈਂ ਕੀਓ ਸਗਲ ਸਿੰਗਾਰਾ, ਤੋ ਵੀ ਮੇਰਾ ਮਨ ਨਾ ਪਥਿਆਰਾ। ਹੁਣ ਇਹ ਬਾਹਰਮੁਖੀ ਕਰਮਕਾਂਡ ਜਿਹੜੇ ਹੈਗੇ ਇਹ ਪੂਰੇ ਮਹਾਰਾਜ ਜਿਹੜੇ ਹੈਗੇ ਉਹਨਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦੇ ਰਹੇ ਮਹਾਰਾਜ। ਪੂਰਾ ਦਾ ਪੂਰਾ ਜਿਹੜਾ ਹੈਗਾ ਇਹਦੇ ਵਿੱਚ ਮਹਾਰਾਜ ਇਹ ਦੱਸਦੇ। ਜੋ ਮੈਂ ਕੀਓ ਸਗਲ ਸਿੰਗਾਰਾ, ਤੋ ਵੀ ਮੇਰਾ ਮਨ ਨਾ ਪਥਿਆਰਾ। ਕਹਿੰਦੇ ਇੱਕ ਬਾਹਰ ਕਰਮਕਾਂਡ ਕਰਨ ਦੇ ਨਾਲ ਜੇ ਮੈਂ ਬਾਹਰੀ ਸਿੰਗਾਰ ਕਰਦਾ, ਜਿੰਨੇ ਮਰਜ਼ੀ ਸਰੀਰ ਦੇ ਉੱਤੇ ਜੋ ਮਰਜ਼ੀ ਜਿਹੇ ਜਿਹੇ ਮਰਜ਼ੀ ਸਰੀਰ ਨੂੰ ਸਿੰਗਾਰ ਲੈਣਾ, ਕਹਿੰਦੇ ਮੇਰਾ ਮਨ ਥੋੜ੍ਹੀ ਨਾ ਪਤੀਜਦਾ ਇਸ ਗੱਲ ਦੇ ਨਾਲ। ਜੋ ਮੈਂ ਕੀਓ ਸਗਲ ਸਿੰਗਾਰਾ, ਤੋ ਵੀ ਮੇਰਾ ਮਨ ਨਾ ਪਤਿਆਰਾ। ਅਨਿਕ ਸੁਗੰਧਤ ਤਨ ਮੈਂ ਲਾਵੋਂ, ਉਹ ਸੁਖ ਤਿਲ ਸਮਾਨ ਨਹੀਂ ਪਾਵੋਂ। ਕਹਿੰਦੇ ਇੰਨੀਆਂ ਸੁਗੰਧੀਆਂ ਜਿਹੜੀਆਂ ਤਨ ਦੇ ਵਿੱਚ ਇੰਨੇ ਅਤਰ ਸੈਂਟ ਲਾਵਾਂ, ਕਹਿੰਦੇ ਉਹ ਸੁੱਖ ਜਿਹੜਾ ਹੈਗਾ, ਜੋ ਸੁੱਖ ਪਰਮਾਤਮਾ ਦੀ ਭਗਤੀ ਦੇ ਵਿੱਚ ਹੈਗਾ, ਉਹ ਅੰਮ੍ਰਿਤ ਰਸ, ਉਹ ਧਿਆਨ ਸਿਮਰਨ ਦੇ ਨਾਲ, ਕਹਿੰਦੇ ਉਹ ਸੁੱਖ ਤਾਂ ਇੱਕ ਤਿਲ ਦੇ ਨਾਲ, ਤਿਲ ਜਿੰਨਾ ਵੀ ਨਹੀਂ ਮਿਲਦਾ। ਮਨ ਮੈਂ ਚਿਤਵੋਂ ਐਸੀ ਆਸਾਈ, ਪ੍ਰਿਯ ਦੇਖਤ ਜੀਵੋਂ ਮੇਰੀ ਮਾਈ। ਬਸ ਕਹਿੰਦੇ ਮੈਨੂੰ ਨਹੀਂ ਚਾਹੀਦੇ ਦੁਨੀਆ ਦੇ ਸੁੱਖ, ਇਹ ਸੁਗੰਧਤ ਔਰ ਇਹ ਸਾਰੀ ਚੀਜ਼ ਜਿਹੜੇ ਸਿੰਗਾਰ। ਮਨ ਮੈਂ ਚਿਤਵੋਂ ਐਸੀ ਆਸਾਈ, ਮੇਰੇ ਮਨ 'ਚ ਤਾਂ ਇੱਕ ਆਸ ਹੈਗੀ, ਮੇਰੇ ਮਨ ਤਾਂ ਆਹ ਚਾਹੁੰਦਾ ਹੈ, ਮੈਂ ਆਹ ਚਾਹੁੰਦਾ ਹੈ, ਮੇਰੇ ਮਨ 'ਚ ਤਾਂ ਆਸ ਹੈਗੀ ਆ ਬਈ ਪ੍ਰਿਯ ਦੇਖਤ ਜੀਵੋਂ ਮੇਰੀ ਮਾਈ। ਉਹ ਮਾਲਕ ਪਰਮਾਤਮਾ ਨੂੰ ਦੇਖਦੇ ਹੋਏ, ਉਹਦੇ ਦਰਸ਼ਨ ਕਰਦੇ ਹੋਏ ਵੀ ਮੇਰਾ ਜੀਵਨ ਗੁਜ਼ਰ ਜਾਏ, ਆਹ ਮੈਂ ਚਾਹੁੰਦਾ ਹੈ। ਇਹ ਮੇਰੀ ਮਾਂ। ਮਾਂ ਕੌਣ ਹੈ? ਆਪਣੀ ਮਾਂ ਗੁਰੂ ਹੈਗੀ, ਬ੍ਰਹਮ ਗਿਆਨੀ ਹੈਗੇ, ਅਗਿਆਨ ਹੈਗਾ, ਆ ਗੁਰੂ ਆਪਣੇ, ਇਹ ਮਾਂ ਹੈ ਆਪਣੀ। ਇਹਨੇ ਆਪਣਾ ਦੁੱਖ ਦੂਰ ਕਰਨਾ ਹੈ, ਇਹਦੇ ਅੱਗੇ ਫਰਿਆਦ ਹੈਗੀ। ਮਨ ਮੇਂ ਚਿਤਵਾਂ ਐਸੀ ਆਸਾਈ, ਪ੍ਰਿਯ ਦੇਖਤ ਜੀਵੋਂ ਮੇਰੀ ਮਾਈ। ਆਸ ਆ ਕਿਤੇ ਮਾਲਕ ਪਰਮਾਤਮਾ ਨੂੰ ਦੇਖ ਲਵਾਂ, ਮੇਰਾ ਜੀਵਨ ਗੁਜ਼ਰ ਰਿਹਾ। ਜਿਹੜਾ ਹੈਗਾ ਮਨੁੱਖੀ ਜੀਵਨ ਮਿਲੀ ਹੈ, ਮਾਲਕ ਪਰਮਾਤਮਾ ਮੇਰਾ ਪਤੀ ਮੈਨੂੰ ਮਿਲ ਜਾਏ। ਮਾਈ ਕਹਾਂ ਕਰੋ ਇਹ ਮਨ ਨਾ ਧੀਰੇ, ਪ੍ਰਿਯ ਪ੍ਰੀਤਮ ਬੈਰਾਗ ਹੀ ਰਹਿ। हे ਮੇਰੀ ਮਾਂ, हे ਮੇਰੇ ਗੁਰੂ, ਮੈਂ ਕੀ ਕਵਾਂ, ਕਹਾਂ ਕਰੋ, ਕੀ ਕਰਾਂ, ਮੈਂ ਕੀ ਕਰਾਂ। ਇਹ ਮਨ ਨਾ ਧੀਰੇ, ਮੇਰਾ ਮਨ ਧੀਰਜ ਨਹੀਂ ਕਰ ਰਿਹਾ। ਹੁਣ ਮਾਲਕ ਪਰਮਾਤਮਾ ਦੇ ਬਗੈਰ ਮੇਰਾ ਮਨ ਜਿਹੜਾ ਹੈਗਾ ਟਿਕ ਨਹੀਂ ਰਿਹਾ। ਪ੍ਰਿਯ ਪ੍ਰੀਤਮ ਬੈਰਾਗ ਹੀ ਰਹਿ। ਮੇਰੇ ਅੰਦਰ ਜਿਹੜਾ ਹੈਗਾ, ਮੇਰੇ ਅੰਦਰ ਉਹ ਮਾਲਕ ਪਰਮਾਤਮਾ ਦੀ ਖਿੱਚ ਪੈਦਾ ਹੋ ਰਹੀ ਹੈ। ਪ੍ਰਿਯ ਪ੍ਰੀਤਮ ਬੈਰਾਗ ਹੀ ਰਹਿ।
ਰਹਾਓ। ਇਸ ਤਰ੍ਹਾਂ ਦਾ ਮੇਰੇ ਅੰਦਰ ਜਿਹੜਾ ਹੈ, ਕੋਈ ਮੇਰੇ ਅੰਦਰ ਕੋਈ ਚੁਰਾ ਲੈਂਦਾ, ਹਿਰ ਲੈਂਦਾ ਹੈ, ਮੇਰੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਖਿੱਚ ਹੈਗੀ ਆ। ਉਹਨੇ ਮੇਰਾ ਅੰਦਰ ਜਿਹੜਾ ਹੈਗਾ ਮਾਲਕ ਨੇ ਖਿੱਚ ਲਿਆ ਹੈ। ਪ੍ਰਿਯ ਪ੍ਰੀਤਮ ਬੈਰਾਗ ਹਿਰੇ, ਉਹਦੇ ਬੈਰਾਗ ਨੇ। ਮੈਂ ਕੀ ਕਰਾਂ? ਰਹਾਓ। ਵਸਤਰ ਵਿਭੂਕਨ ਸੁਖ ਬਹੁਤ ਵਿਸੇਖ ਹੈ। ਕਹਿੰਦੇ ਬਥੇਰੇ ਮੈਂ ਜਿਹੜੇ ਹੈਗੇ ਕੱਪੜੇ ਔਰ ਗਹਿਣੇ ਔਰ ਸੁੱਖ ਦੁਨੀਆ ਦੇ ਖਾਸ ਬਹੁਤ ਕਰਕੇ ਦੇਖ ਲਏ, ਉਹ ਵੀ ਜਾਣੋ ਕਿਤੇ ਨਾ ਲੇਖ ਹੈ। ਕਹਿੰਦੇ ਕਿਸੇ ਕੰਮ ਦੇ ਨਹੀਂ, ਕਿਸੇ ਲੇਖੇ 'ਚ ਹੀ ਨਹੀਂ ਹੈਗੇ, ਉਹਨਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਪਤ ਸ਼ੋਭਾ ਔਰ ਮਾਨ ਮਹਤ ਆਗਿਆਕਾਰੀ ਸਗਲ ਜਗਤ। ਪਤ ਸ਼ੋਭਾ ਔਰ ਮਾਨ ਮਹਤ ਆਗਿਆਕਾਰੀ ਸਗਲ ਜਗਤ। ਕਹਿੰਦੇ ਸਾਰਾ ਜਿਹੜਾ ਹੈਗਾ ਦੁਨੀਆ ਦੀ ਜਿਹੜੀ ਹੈ ਵਡਿਆਈ, ਦੁਨੀਆ ਦੀ ਮਾਨ, ਦੁਨੀਆ ਦੀ ਮਹੱਤਤਾ, ਦੁਨੀਆ ਦੇ ਵਿੱਚ ਜਿਹੜਾ ਹੈਗਾ, ਦੁਨੀਆ ਦੇ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਵਾਵਾ ਦੁਨੀਆ ਦੀ, ਔਰ ਸਾਰੀ ਜਿਹੜੀ ਹੈ ਆਗਿਆਕਾਰੀ ਸਗਲ ਜਗਤ, ਸਾਰਾ ਦੁਨੀਆ ਜਿਹੜੀ ਹੈਗੀ ਮੈਂ ਜਿਹੜਾ ਕਮਾਂਡ ਕਰਕੇ ਵੀ ਦੇਖ ਲਿਆ। ਇਹਦੇ ਨਾਲ ਵੀ ਮੇਰਾ ਜਿਹੜਾ ਹੈਗਾ ਮਨ ਨਹੀਂ ਧੀਰਜ ਕਰਦਾ। ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾਂ ਤਾਂ ਸਦਾ ਨਿਹਾਲ। ਕਹਿੰਦੇ ਮੇਰੇ ਘਰ ਦੇ ਅੰਦਰ ਹੀ ਜਿਹੜਾ ਹੈਗਾ ਕਹਿੰਦੇ ਐਸਾ ਲਾਲ ਹੈਗਾ, ਉਹ ਜਿਹੜਾ ਹੈਗਾ ਨਵਨੀਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਕਹਿੰਦੇ ਕਿਤੇ ਮਾਲਕ ਪਰਮਾਤਮਾ ਮੇਰੇ 'ਤੇ ਖੁਸ਼ ਹੋ ਜਾਏ, ਮਾਲਕ ਨੂੰ ਮੈਂ ਭਾ ਜਾਵਾਂ ਅਤੇ ਨਿਹਾਲ ਹੋ ਜਾਵਾਂ। ਉਹ ਲਾਲ ਵੀ ਮਿਲ ਜੇ ਔਰ ਉਹ ਦੂਸਰਾ ਲਾਲ ਪਰਮਾਤਮਾ ਵੀ ਮਿਲ ਜੇ, ਮੇਰਾ ਪਤੀ। ਵਿਅੰਜਨ ਭੋਜਨ ਅਨੇਕ ਪ੍ਰਕਾਰ, ਰੰਗ ਤਮਾਸ਼ੇ ਬਹੁਤ ਵਿਸਥਾਰ। ਕਹਿੰਦੇ ਤਰ੍ਹਾਂ ਦੇ ਵਿਅੰਜਨ ਜਿਹੜੇ ਹੈਗੇ, 36 ਪ੍ਰਕਾਰ ਦੇ ਭੋਜਨ, ਅਨੇਕਾਂ ਪ੍ਰਕਾਰ ਦੇ, ਔਰ ਦੁਨੀਆ ਦੇ ਤਮਾਸ਼ੇ ਜਿਹੜੇ ਆ, ਰੰਗ ਤਮਾਸ਼ੇ ਜਿਹੜੇ ਹੈਗੇ, ਆਪਾਂ ਜਿਹੜੇ ਜਿੰਨੇ ਵੀ ਜਿਹੜੇ ਹੈਗੇ ਜੋ ਵੀ ਜਿਹੜੇ ਹੈਗੇ ਆਪਾਂ TV ਹੋਈ ਜਾਂ ਹੋਰ ਮੋਬਾਈਲ ਹੋਏ ਜਾਂ ਜੋ ਲੈਪਟਾਪ, ਜੋ ਕੁਛ ਵੀ ਰੰਗ ਤਮਾਸ਼ੇ ਜਿਸ ਤਰ੍ਹਾਂ ਵੀ ਆਪਾਂ ਕਰ ਰਹੇ, ਰੰਗ ਤਮਾਸ਼ੇ ਬਹੁਤ ਵਿਸਤਾਰ, ਬੜੇ ਵਿਸਤਾਰ ਦੇ ਨਾਲ। ਵਿਅੰਜਨ ਭੋਜਨ ਅਨੇਕ ਪ੍ਰਕਾਰ, ਰੰਗ ਤਮਾਸ਼ੇ ਬਹੁਤ ਵਿਸਤਾਰ, ਰਾਜ ਮਿਲਕ ਔਰ ਬਹੁਤ ਫਰਮਾਇਸ਼। ਇੰਨੇ ਰਾਜੇ ਬਣ ਗਏ, ਇੰਨੀ ਮਿਲਕੀਅਤ ਆ ਗਈ, ਇੰਨੀ ਪ੍ਰਾਪਰਟੀ ਹੋ ਗਈ, ਔਰ ਬਹੁਤ ਜਿਹੜੀਆਂ ਆਪਣੀਆਂ ਜੋ ਬੋਲਦੇ ਆ ਉਹ ਪੂਰੀ ਹੋ ਜਾਂਦੀ ਹੈ, ਫਰਮਾਇਸ਼ ਕਰਦੇ ਆ। ਇਹ ਸਾਰੀਆਂ ਕਰਕੇ ਕਹਿੰਦੇ ਇਹਦੇ ਨਾਲ ਮੈਨੂੰ ਇਹ ਮੇਰਾ ਮਨ ਨਹੀਂ ਤ੍ਰਿਪਤ ਕਰਦਾ, ਮਨ ਨਹੀਂ ਤ੍ਰਾਪ ਹੈ, ਮਨ ਤ੍ਰਾਪਦਾ ਹੀ ਨਹੀਂ ਹੈ। ਤ੍ਰਿਸ਼ਨਾ ਨਾ ਜਾਇਸ, ਮੇਰੀ ਤ੍ਰਿਸ਼ਨਾ ਜਾਂਦੀ ਹੀ ਨਹੀਂ ਹੈ। ਕਹਿੰਦੇ ਪਿਆਸ ਤਾਂ ਜਾਂਦੀ ਹੀ ਨਹੀਂ ਹੈ, ਔਰ ਮਨ ਰੱਜਦਾ ਨਹੀਂ ਹੈ, ਮਨ ਪਿਆਸਾ ਦਾ ਪਿਆਸਾ ਹੀ ਹੈਗਾ। ਬਿਨ ਮਿਲਵੇ ਇਹ ਦਿਨ ਨਾ ਵਿਹਾਵੈ। ਕਹਿੰਦੇ ਦਿਨ ਤਾਂ ਬੀਤਦਾ ਨਹੀਂ ਹੈ, ਮਾਲਕ ਪਰਮਾਤਮਾ ਦੇ ਦਰਸ਼ਨਾਂ ਦੀ ਵਾਰ ਖਿੱਚ ਪਈ ਰਹਿੰਦੀ ਹੈ। ਦੇਖੋ ਆਹ ਚੀਜ਼ ਆ ਜਾਣੀ ਹੈ। ਦੇਖੋ ਆਪਾਂ ਹੁਣ ਇਹ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਇਹਨੇ ਆਪਣੇ ਉੱਤੇ ਛਾਈ ਹੋਈ ਆ, ਚੰਗੀ ਲੱਗਦੀ ਆ, ਫਿਰ ਆਹ ਕੰਡੀਸ਼ਨ ਜ਼ਿਆਦਾ ਹੈ। ਜਦ ਧਿਆਨ ਸਿਮਰਨ ਕਰਕੇ, ਜਦ ਪ੍ਰੇਮਾ ਭਗਤੀ ਜਿਹੜੇ ਗੁਰੂ ਦੀ ਗਿਆਨ ਬ੍ਰਹਮਤ ਦੇ ਨਾਲ ਜਿਹੜਾ ਹੈਗਾ ਇਹ ਸ਼ਿਫਟ ਹੋ ਜਾਣਾ, ਖਿੱਚ ਜਿਹੜੀ ਹੈ ਮਾਲਕ ਦੀ ਬਣ ਜਾਣੀ ਹੈ। ਇਹ ਮਾਇਆ ਤੋਂ ਜਿਹੜਾ ਹੈਗਾ, ਮਾਇਆ ਦੇ ਵਿੱਚ ਜਿਹੜਾ ਹੈਗਾ ਨਹੀਂ ਚੰਗੀ ਲੱਗਣੀ। ਬਿਨ ਮਿਲਵੇ ਇਹੋ ਦਿਨ ਨਾ ਵਿਹਾਵੈ, ਮਿਲੇ ਪ੍ਰਭੂ ਤਾਂ ਸਭ ਸੁਖ ਪਾਵੈ। ਕਹਿੰਦੇ ਉਹ ਮਾਲਕ ਪਰਮਾਤਮਾ ਦੇ ਮਿਲੇ ਬਗੈਰ ਕਹਿੰਦੇ ਇਹ ਦਿਨ ਨਹੀਂ ਗੁਜ਼ਰਦਾ ਭਾਈ। ਕਿਤੇ ਉਹ ਮਾਲਕ ਪਰਮਾਤਮਾ ਮਿਲ ਜਾਏ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਣ। ਹੁਣ ਕਿਸ ਤਰ੍ਹਾਂ ਮਿਲਣਾ ਹੈ ਮਾਲਕ ਪਰਮਾਤਮਾ ਨੇ? ਆਖਰੀ ਬੰਦ ਆ ਗਿਆ। ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਕਹਿੰਦੇ ਭਾਈ ਖੋਜ ਕਰਦੇ ਆ ਮੈਂ ਜਿਹੜੀ ਸੋਭਾ ਆਹ ਚੀਜ਼ ਸੁਣੀ ਆ ਮੇਰੇ ਅੰਦਰ, ਆ ਸੋਏ ਆ ਗਈ। ਸੋਏ ਮਤਲਬ ਆ ਮੈਨੂੰ ਇਨਫੋਰਮੇਸ਼ਨ ਮਿਲ ਗਈ ਆ। ਖੋਜਤ ਇਸ ਸਿੱਟੇ ਤੇ ਨਿਕਲਿਆ, ਇਸ ਸਿੱਟੇ ਤੇ ਆ ਗਿਆ ਮੈਂ ਖੋਜ ਕੇ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਦੇ ਬਗੈਰ ਕੋਈ ਤਰ ਨਹੀਂ ਸਕਦਾ। ਆ ਸਾਧੂ, ਆ ਬ੍ਰਹਮ ਗਿਆਨੀ, ਆ ਗੁਰੂ, ਆ ਸਤਿਗੁਰੂ, ਇਹਨਾਂ ਦੀ ਸੰਗਤ ਤੋਂ ਬਗੈਰ ਕੋਈ ਤਰ ਨਹੀਂ ਸਕਦਾ। ਖੋਜਤ ਸੁਣੀ ਐ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਸ ਮਸਤਕ ਭਾਗ ਤਿਨੇ ਸਤਿਗੁਰ ਪਾਇਆ। ਆ ਲਓ ਦੇਖ ਲਓ, ਇਮੀਡੀਏਟਲੀ ਸਾਧ ਸੰਗਤ ਡਿਫਾਈਨ ਕਰਦੀ ਹੈ ਬਾਣੀ।
ਜਿਸ ਮਸਤਕ ਭਾਗ ਤਿਨੇ ਸਤਿਗੁਰ ਪਾਇਆ। ਜੇ ਹੈਗੇ ਕੋਈ ਜਿਹੜੇ ਪੁੰਨ ਹੈਗੇ ਆਪਣੇ ਅੰਦਰ ਬੀਜੇ ਹੋਏ ਆ ਪਹਿਲਾਂ, ਤੇ ਮਿਲ ਜਾਏਗਾ। ਜੇ ਆਪਾਂ ਨੇ ਆਪਣੀ ਜਿਹੜੀ ਹੈਗੀ ਜਿਹੜੀ ਹੈ ਡਿਮਾਂਡ ਦਿੱਤੀ ਆ ਪਹਿਲਾਂ ਹੈ ਆਪਣੇ ਅੰਦਰ ਜਿਹੜੇ ਹੈ ਮਾਲਕ ਪਰਮਾਤਮਾ ਦੇ ਮਿਲਣ ਦੀ ਆਪਣੇ ਅੰਦਰ ਖਿੱਚ ਪੈਦਾ ਹੋ ਗਈ ਹੈ, ਤੇ ਮਾਲਕ ਨੇ ਇਮੀਡੀਏਟਲੀ, ਮਾਲਕ ਤਾਂ ਇਸੇ ਵਾਸਤੇ ਤਾਂ ਦੁਨੀਆ ਬਣਾਈ, ਇਸੇ ਵਾਸਤੇ ਤਾਂ ਬੈਠਾ ਹੈ। ਉਹ ਤਾਂ ਦੇਖ ਰਿਹਾ, ਕਹਿੰਦੇ ਕੋਈ ਡਿਮਾਂਡ ਹੀ ਨਹੀਂ ਆ ਰਹੀ। ਖੋਜਤ ਸੁਨੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਸ ਮਸਤਕ ਭਾਗ ਤਿਨੇ ਸਤਿਗੁਰ ਪਾਇਆ। ਨਹੀਂ ਭਾਗ ਹੈਗੇ ਤੇ ਹੁਣ ਡਿਮਾਂਡ ਭੇਜ ਦੀਏ ਪਾਏ। ਮਾਲਕ ਤਾਂ ਇਸੇ ਵਾਸਤੇ ਤਾਂ ਬੈਠਾ ਹੈ। ਖੋਜਤ ਸੁਨੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਸ ਮਸਤਕ ਭਾਗ ਤਿਨੇ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ। ਆਸਾ ਪੂਰੀ ਹੋ ਗਈ, ਕਹਿੰਦੇ ਮਨ ਤ੍ਰਿਪਤ ਵੀ ਹੋ ਗਿਆ। ਦੇਖੋ ਕਿੰਨਾ ਕਿਸੇ ਚੀਜ਼ ਦੇ ਨਾਲ ਮਨ ਨਹੀਂ ਤ੍ਰਿਪਤ ਹੋ ਰਿਹਾ ਸੀਗਾ। ਆਸ ਪੂਰੀ, ਸਾਰੀਆਂ ਆਸਾਂ ਪੂਰੀਆਂ ਹੋ ਗਈਆਂ। ਪ੍ਰਭ ਮਿਲਿਆ ਤਾਂ ਚੁੱਕੀ ਡੰਜਾ। ਸਾਰੀ ਡੰਜ ਜਿਹੜੀ ਹੈਗੀ ਸਾਰੀ ਦੀ ਸਾਰੀ ਜਿਹੜੀ ਹੈ ਭਟਕਣਾ ਜਿਹੜੀ ਹੈਗੀ ਸਾਰੀ ਪਿਆਸ ਖਤਮ ਹੋ ਗਈ। ਪ੍ਰਭ ਮਿਲਿਆ ਤਾਂ ਚੁੱਕੀ ਡੰਜਾ, ਨਾਨਕ ਲੱਦਾ ਮਨ ਤਨ ਮੰਜਾ। ਕਿੱਥੇ ਮਿਲ ਗਿਆ? ਕਹਿੰਦੇ ਅੰਦਰ ਹੀ ਮਨ ਔਰ ਤਨ ਦੇ ਵਿੱਚ ਹੀ ਮਿਲ ਗਿਆ ਭਾਈ। ਨਾਨਕ ਲੱਦਾ ਮਨ ਤਨ ਮੰਜਾ, ਮਨ ਔਰ ਤਨ ਦੇ ਵਿੱਚ ਹੀ ਮਿਲ ਗਿਆ ਉਹ ਮਾਲਕ ਪਰਮਾਤਮਾ। ਕਿੰਨਾ ਕਲੀਅਰ ਕੱਟ ਜਿਹੜੀ ਇੰਸਟਰਕਸ਼ਨ ਹੈਗੀ ਹੈ। ਇੱਕ ਹੋਰ ਸ਼ਬਦ ਹੈ ਲਈ ਆਖਰੀ, ਆਸਾ ਮਹੱਲਾ ਪੰਜਵਾਂ, ਪੰਚਪਦੇ। ਇਹਦੇ ਵਿੱਚ ਮਹਾਰਾਜ ਨੇ ਜਿਹੜੇ ਹੈਗੇ ਕਾਮ, ਕ੍ਰੋਧ, ਲੋਭ, ਮੋਹਕਾਰ ਜਿਹੜੇ ਵੀ ਹੈ ਅਵਗੁਣ ਹੈਗੇ ਆ, ਇਹਨਾਂ ਨੂੰ ਡਿਫਾਈਨ ਕੀਤਾ ਹੈ। ਆਸਾ ਮਹੱਲਾ ਪੰਜਵਾਂ, ਪੰਚਪਦੇ। 5 ਪਦੇ ਲਏ ਇਹਦੇ, ਚੌਪਦੇ ਦੇ ਵਿੱਚ 5 ਲੈ ਲਏ, ਐਕਸਟਰਾ ਦੀ ਲੋੜ ਪੈ ਗਈ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਏ ਪਾਂਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਕਹਿੰਦੇ ਤੂੰ ਇਨਸਾਨ ਦੇ ਜਾਮੇ 'ਚ ਆ ਗਿਆ ਹੈ। ਸਭ ਤੋਂ ਨੀਕੀ ਜਾਤ ਆ ਤੇਰੀ, ਸਭ ਤੋਂ ਉੱਚੀ ਜਾਤ ਆ ਤੇਰੀ, ਸਭ ਤੋਂ ਉੱਚੀ ਜਾਤ ਆ ਤੇਰੀ। ਪ੍ਰਥਮੇ ਪਹਿਲੇ ਤਾਂ ਤੈਨੂੰ ਸਭ ਤੋਂ ਉੱਚੀ ਜਾਤ ਮਿਲ ਗਈ ਤੈਨੂੰ। ਦੁਤੀਆ ਤੇਰੀ ਮਨੀਏ ਪਾਂਤ। ਫਿਰ ਦੇਖ ਸੈਕੰਡ ਜਿਹੜਾ ਹੈਗਾ ਤੇਰੀ ਇੱਜ਼ਤ ਹੁੰਦੀ ਹੈ ਤੇਰੀ ਸੁਸਾਇਟੀ ਦੇ ਵਿੱਚ, ਤੇਰੀ ਪਾਤੀ ਦੇ ਵਿੱਚ। ਤ੍ਰਿਤੀਆ ਤੇਰਾ ਸੁੰਦਰ ਥਾਨ। ਤ੍ਰਿਤੀਆ ਜਿਹੜਾ ਹੈਗਾ ਇੰਨਾ ਸੋਹਣਾ ਸਰੀਰ ਹੈ ਤੇਰੇ ਕੋਲ, ਇੰਨਾ ਸੋਹਣਾ ਸਰੀਰ ਸਥਾਨ ਹੈ ਤੇਰਾ ਇੰਨਾ ਸੋਹਣਾ ਸਰੀਰ ਮਿਲਿਆ। ਗਿਆਨ ਇੰਦਰੀਆਂ, ਕਰਮ ਇੰਦਰੀਆਂ, ਦੇਖ ਤੇਰੇ ਕਿੰਨੇ ਸਾਰੇ ਅੰਗ ਸੋਹਣੇ ਹੈਗੇ, ਸਾਰਾ ਕੁਛ ਜਿੱਥੇ ਰਹਿਣਾ ਹੈ ਸਾਰਾ। ਵਿਗੜ ਰੂਪ ਮਨ ਮੈਂ ਅਭਿਮਾਨ। ਫਿਰ ਤੇਰੇ ਅੰਦਰ ਜਿਹੜਾ ਹੈਗਾ ਇਹ ਅਭਿਮਾਨ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਹੰਕਾਰ ਜਿਹੜਾ ਹੈਗਾ, ਇਹ ਤੇਰਾ ਇੰਨਾ ਕਿਉਂ ਬਦਸੂਰਤ ਨਜ਼ਰ ਆ ਰਿਹਾ? ਫਿਰ ਤੂੰ ਮੈਨੂੰ ਇਹ ਹੰਕਾਰ ਦੇ ਨਾਲ ਇਹਨੇ ਤੈਨੂੰ ਕਿਉਂ ਬਦਸੂਰਤ ਕੀਤਾ ਹੋਇਆ? ਦੱਸ। ਇੰਨਾ ਸੋਹਣਾ ਮਨੁੱਖੀ ਸਰੀਰ ਮਿਲਿਆ, ਇੰਨੀ ਸੋਹਣੀ ਜਾਤ ਆ ਤੇਰੀ ਇੰਨੀ ਇੱਜ਼ਤ ਆ, ਇੰਨਾ ਤੇਰੇ ਅੰਦਰ ਜਿਹੜੇ ਹੈਗੇ ਹਿਸ਼ਟ ਪੁਸ਼ਟ ਹੈਗਾ, ਸਾਰੇ ਅੰਗ ਤੇਰੇ ਜਿਹੜੇ ਬਰਕਰਾਰ ਹੈਗੇ। ਫਿਰ ਜਿਹੜਾ ਹੈਗਾ ਤੂੰ ਬਦਸੂਰਤ ਕਿਉਂ ਹੈਗਾ? ਇਹ ਹੰਕਾਰ ਦੇ ਨਾਲ। ਸੋਹਣੀ ਸਰੂਪ ਸੁਜਾਨ ਵਿਚੱਖਣ, ਅਤ ਗਰਭ ਹੈ ਮੋਹ ਪਾਕੀ ਤੂੰ। ਕਹਿੰਦੇ ਇੰਨੀ ਸੋਹਣੀ, ਇੰਨਾ ਸਰੂਪ ਹੈ, ਇੰਨੀ ਤੇਰੇ ਅੰਦਰ ਗੁਣ ਹੈਗੇ ਆ, ਇੰਨੀ ਤੂੰ ਜਿਹੜੀ ਹੈਗੀ ਹੈ ਯੂਨਿਕ ਹੈਗਾ ਇਨਸਾਨ। ਤੇਰੇ ਵਰਗਾ ਦੇਖ ਕਿੰਨੇ 84 ਲੱਖ ਜੂਨਾਂ ਦੇ ਵਿੱਚ ਤੇਰੇ ਵਰਗਾ ਕਿਹੜਾ ਹੈਗਾ? ਸੋਹਣੀ ਸਰੂਪ ਸੁਜਾਨ ਵਿਚੱਖਣ, ਇੰਨਾ ਸੋਹਣਾ ਸਰੀਰ ਹੈ ਤੇਰੇ ਕੋਲ, ਇੰਨਾ ਸੋਹਣਾ ਸਰੂਪ ਹੈ ਤੇਰਾ। ਅਤ ਗਰਭ ਹੈ ਮੋਹ ਪਾਕੀ ਤੂੰ। ਕਹਿੰਦੇ ਤੂੰ ਇੰਨਾ ਕਿਉਂ ਤੇਰੇ ਅੰਦਰ ਘਮੰਡ ਹੈਗਾ, ਇੰਨਾ ਗਰਭ ਕਿਉਂ ਹੈਗਾ, ਇੰਨਾ ਹੰਕਾਰ ਕਿਉਂ ਹੈਗਾ ਤੇਰਾ, ਇੰਨਾ ਮੋਹ ਕਿਉਂ ਹੈਗਾ? ਕਿਉਂ ਇਹ ਪਦਾਰਥਾਂ ਦੇ ਨਾਲ ਇੰਨਾ ਮੋਹ ਕੀਤਾ ਹੋਇਆ? ਕਹਿੰਦੇ ਕਿਉਂ ਹੈ ਤੈਨੂੰ ਘਮੰਡ, ਕਿਉਂ ਇਹ ਸਾਰਾ ਕੁਛ? ਕਹਿੰਦੇ ਮੋਹ ਹੈਗਾ ਤੇਰੇ ਅੰਦਰ, ਮੋਹ ਨੇ ਤੈਨੂੰ ਜਿਹੜਾ ਹੈਗਾ ਖਾ ਲਿਆ। ਮੋਹ ਪਾਕੀ ਤੂੰ, ਕਿਉਂਕਿ ਤੈਨੂੰ ਪਦਾਰਥਾਂ ਦੇ ਨਾਲ ਤੂੰ ਸੋਚਦਾ ਮੈਂ ਸਰੀਰ ਹੀ ਹੈਗਾ। ਰਹਾਓ ਅੱਤ ਸੂਚੀ ਤੇਰੀ ਪਾਕਸਾਲ। ਕਹਿੰਦੇ ਇੰਨਾ ਸੋਹਣਾ ਸਾਫ ਸੁਥਰਾ ਜਿਹੜਾ ਹੈਗਾ ਤੂੰ ਖਾਣਾ ਬਣਾਉਣਾ ਹੈ। ਸਾਰੇ ਦੇਖੋ, ਬਾਕੀ ਆਪਾਂ ਦੇਖੋ 84 ਲੱਖ ਜੂਨਾਂ ਦੇ ਵੱਲ ਧਿਆਨ ਦਿਓ। ਕਿਤੇ ਕੋਈ ਜਿਹੜਾ ਹੈਗਾ ਕੋਈ ਜਾਨਵਰ ਵਿਚਾਰਾ ਜਿਹੜਾ ਹੈਗਾ ਰੋਟੀ ਪਾਓ ਉੱਥੇ ਆਓ ਮਾਰਦੇ ਚਲਾ ਕੇ ਮਿੱਟੀ ਦੇ ਵਿੱਚ, ਉਹ ਖਾ ਜਾਂਦਾ ਮਿੱਟੀ ਦੇ ਨਾਲ।
ਕੋਈ ਜਾਨਵਰ ਦੇਖ ਲਓ ਕਿਸ ਤਰ੍ਹਾਂ ਮਾਰ ਕੇ ਮੀਟ ਜਿਹੜਾ ਕਿਸ ਤਰ੍ਹਾਂ ਖਾਂਦੇ, ਕੀ ਕਰਦੇ ਆ ਉਹ ਲੋਕ। ਕੋਈ ਹੈ ਜਿਹੜਾ ਹੈਗਾ ਇੰਨਾ ਸੁੱਚਾ ਖਾਂਦਾ ਹੋਏ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਦੇਖੋ ਤੇ ਕੋਈ ਨਹਾਉਂਦੇ ਵੀ ਬਹੁਤ ਘੱਟ ਆ ਜਾਨਵਰ। ਕਿਸੇ ਨੂੰ ਮਿਲਦਾ ਕਈ ਦਿਨ ਤੱਕ ਨਹੀਂ ਨਹਾਉਂਦੇ। ਕੁੱਤੇ ਤਾਂ ਕਿਤੇ ਦੇਖ ਲਓ ਕਿੰਨੀ ਸੜਿਆਨ ਮਾਰਦੀ ਹੈ। ਘਰ ਦਾ ਕੁੱਤਾ ਪਾਲਤੂ ਹੈ, ਘਰ ਦੇ ਵਿੱਚ ਮੁਸ਼ਕ ਮਾਰਦਾ ਹੁੰਦਾ ਹੈ। ਕਰ ਇਸ਼ਨਾਨ ਪੂਜਾ ਤਿਲਕ ਲਾਲ, ਕਹਿੰਦੇ ਇੰਨਾ ਇਸ਼ਨਾਨ ਕਰਕੇ ਇੰਨੇ ਸਾਫ ਸੁਥਰੇ ਕੱਪੜੇ ਪਾ ਕੇ ਇੰਨਾ ਸ਼ਿੰਗਾਰ ਕਰਦਾ ਹੈ ਤੂੰ। ਗੱਲ ਹੀ ਕਰਮ ਹੈ ਮੁੱਖ ਗੋਵੇਂ ਗਿਆਨ। ਔਰ ਗੱਲਾਂ ਦੇ ਨਾਲ ਇੰਨਾ ਤੇਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਮਾਰਟ ਸਮਝਦਾ ਹੈ, ਆਪਣੇ ਆਪ ਨੂੰ ਸਮਝਦਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਔਰ ਮੂੰਹ ਦੇ ਨਾਲ ਜੀਭ ਦੇ ਨਾਲ ਕਿੰਨਾ ਗਿਆਨ, ਕਿੰਨੀ ਗਿਆਨ ਮੇਰੇ ਵਰਗਾ ਕਿੰਨੇ ਗਿਆਨ ਦੀਆਂ ਗੱਲਾਂ ਕਰਦਾ ਹੈ। ਗੱਲ ਹੀ ਕਰਵੇ ਮੁੱਖ ਗੋਵੇਂ ਗਿਆਨ, ਸਭ ਵਿਦ ਖੋਈ ਲੋਭ ਸੁਆਨ। ਤੇਰਾ ਸਾਰਾ ਕੁਛ ਜਿਹੜਾ ਹੈਗਾ ਇਹਨੂੰ ਨਿਊਟਰਲ ਕਰਤਾ ਲੋਭ ਦੇ ਨਾਲ। ਤੇਰੇ ਅੰਦਰ ਲੋਭ ਕੁੱਤਾ ਜਿਹੜਾ ਬੈਠਾ ਹੋਇਆ। ਕਾਪਰ ਪਹਿਰੇ ਭੋਗੇ ਭੋਗ, ਵਧੀਆ ਤੋਂ ਵਧੀਆ ਕੱਪੜੇ ਪਹਿਨਦਾ ਹੈ। ਹਾਂਜੀ ਅਵਤਾਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸੌਰੀ, ਤੁਹਾਡਾ ਨਹੀਂ ਜੀ, ਵਾਹਿਗੁਰੂ ਗਲਤੀ ਹੋ ਗਈ ਜੀ, ਨਹੀਂ ਗਲਤੀ ਹੋ ਗਈ। ਕੋਈ ਗੱਲ ਨਹੀਂ। ਕਾਪਰ ਪਹਿਰੇ ਭੋਗੇ ਭੋਗ, ਆਚਾਰ ਕरें ਸ਼ੋਭਾ ਮੈਂ ਲੋਗ। ਕਹਿੰਦੇ ਇੰਨਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਤੇਰਾ ਜਿਹੜਾ ਹੈਗਾ ਲੋਕੀ ਤੈਨੂੰ ਚੰਗਾ ਸਮਝਦੇ ਆ। ਤੇਰੇ ਆਚਾਰ ਜਿਹੜੇ ਹੈਗੇ ਤੇਰੀ ਸ਼ੋਭਾ ਕਰਦੇ ਆ ਲੋਕੀ। ਬਾਹਰ ਮੁਖੀ ਤੂੰ ਇੰਨਾ ਜਿਹੜਾ ਹੈਗਾ, ਬਾਹਰੋਂ ਤੂੰ ਇੰਨਾ ਜਿਹੜਾ ਹੈਗਾ ਚੰਗੇ ਗੁਣਾਂ ਵਾਲਾ ਆ। ਇੰਨੀ ਨਿਮਰਤਾ ਹੈਗੀ ਤੇਰੇ ਅੰਦਰ। ਕਾਪਰ ਪਹਿਰੇ ਭੋਗੇ ਭੋਗ, ਔਰ ਦੁਨੀਆ ਦੇ ਭੋਗ ਰਿਹਾ ਤੂੰ ਪਦਾਰਥ। ਆਚਾਰ ਕरें ਸ਼ੋਭਾ ਮੈਂ ਲੋਗ, ਔਰ ਇੰਨਾ ਜਿਹੜਾ ਹੈਗਾ ਤੇਰਾ ਕਰੈਕਟਰ ਜਿਹੜਾ ਹੈਗਾ ਬਾਹਰ ਤੇਰਾ ਲੋਕੀ ਜਿਹੜੇ ਸ਼ੋਭਾ ਕਰਦੇ। ਚੋਆ ਚੰਦਨ ਸੁਗੰਧ ਵਿਸਤਾਰ, ਇੰਨੇ ਜਿਹੜੇ ਹੈਗੇ ਤੂੰ ਸੈਂਟ ਅਤਰ ਵੀ ਲਾਉਣਾ ਹੈ ਸੁਗੰਧਤ। ਸੰਗੀ ਖੋਟਾ ਕ੍ਰੋਧ ਚੰਡਾਲ, ਔਰ ਤੇਰੇ ਅੰਦਰ ਜਿਹੜੀ ਹੈਗੀ ਖੋਟ, ਇੰਨਾ ਕ੍ਰੋਧ ਹੈਗਾ ਤੇਰੇ ਅੰਦਰ। ਆ ਚੰਡਾਲ ਕਿਵੇਂ ਬੈਠਾ ਹੋਇਆ ਤੇਰੇ ਨਾਲ ਦੱਸ? ਕਦੀ ਇੱਥੇ ਵਰਕਆਊਟ ਕੀਤਾ ਹੈ? ਆਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਹਿੰਦੇ ਇੰਨੀ 84 ਲੱਖ ਜੂਨਾਂ ਜਿਹੜੀਆਂ ਹੈਗੇ ਤੇਰੇ ਪਾਣੀ ਭਰਨ ਵਾਲੀਆਂ ਹੈ। ਉਹਨਾਂ ਨੂੰ ਸਾਰਿਆਂ ਨੂੰ ਯੂਜ਼ ਕਰਦਾ ਹੈ ਤੂੰ, ਖਾਣਾ ਹੈ ਉਹਨਾਂ ਨੂੰ, ਵਿਚਾਰਿਆਂ ਤੋਂ ਕੰਮ ਲੈਣਾ ਹੈ। ਆਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਧਰਤੀ ਦੇ ਉੱਤੇ ਤੇਰੀ ਚੱਲਦੀ ਹੈ। ਹੇ ਇਨਸਾਨ, ਤੂੰ ਸਰਦਾਰ ਹੈ ਧਰਤੀ ਦਾ। ਸੋਇਨਾ ਰੂਪਾ ਤੁਝ ਪੈ ਦਾਮ, ਕਹਿੰਦੇ ਇੰਨਾ ਸੋਨਾ ਹੈਗਾ, ਇੰਨਾ ਪ੍ਰਾਪਰਟੀ ਹੈਗੀ, ਇੰਨਾ ਰੁਪਈਆ ਹੈਗਾ, ਚਾਂਦੀ ਹੈਗੀ ਤੇਰੇ ਕੋਲ। ਦਾਮ ਕਹਿੰਦੇ ਆ ਰੁਪਈਆ, ਮਨੀ। ਸੋਨਾ ਰੂਪਾ ਤੁਝ ਪੈ ਦਾਮ, ਸੀਲ ਬਿਗਾਰਿਓ ਤੇਰਾ ਕਾਮ। ਪਰ ਤੇਰੇ ਅੰਦਰ ਜਿਹੜਾ ਹੈਗਾ ਇਹ ਕਾਮ, ਇੰਨਾ ਕਾਮੀ ਕਿਉਂ ਹੈਗਾ ਤੂੰ? ਇੰਨਾ ਸੈਕਸ ਕਿਉਂ ਹੈਗਾ ਤੇਰੇ ਅੰਦਰ ਕਿ ਤੇਰਾ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਨੀਵਾਂ ਹੋਣਾ ਪੈਂਦਾ ਤੈਨੂੰ ਜਿਹੜਾ ਬੇਇੱਜ਼ਤ ਹੋਣਾ ਪੈਂਦਾ ਹੈ। ਕਦੀ ਇੱਥੇ ਵਰਕਆਊਟ ਕੀਤਾ? ਸੀਲ ਬਿਗਾਰਿਓ ਤੇਰਾ ਕਾਮ, ਤੇਰਾ ਸੀਲ ਸੁਭਾਅ ਜਿਹੜਾ ਹੈਗਾ ਇਹ ਕਾਮ ਨੇ ਜਿਹੜਾ ਹੈਗਾ ਵਿਗਾੜ ਦਿੱਤਾ ਹੈ। ਜਾਕੋ ਦ੍ਰਿਸ਼ਟ ਮਾਇਆ ਹਰ ਰਾਏ, ਆ ਦੇਖੋ ਆ ਹੈਗੇ ਬੰਧਨ ਪਾਏ, ਆ ਹੈਗੇ ਵਰਕਆਊਟ ਕਰਨ ਦੀ ਫੀਲਡ। ਇੱਕ ਲਿਆਇਆ ਮਹਾਰਾਜ ਨੇ, ਇੱਕ ਲਿਆਇਆ ਆਪਾਂ ਨੂੰ ਆਪਣੇ ਅੰਦਰ ਜਿਹੜੀ ਝਾਤੀ ਮਾਰ ਕੇ ਇਹਨਾਂ ਦੇ ਉੱਤੇ ਵਰਕਆਊਟ ਕਰਨਾ ਹੈ। ਜਾਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ। ਜਿਸ ਤੇ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਆ ਕਿਰਪਾ ਦ੍ਰਿਸ਼ਟੀ ਹੋਈ ਤਾਂ ਹੀ ਤਾਂ ਆ ਜਿਹੜੇ ਹੈਗੇ ਆ ਬ੍ਰਹਮ ਗਿਆਨ ਆਪਾਂ ਨੂੰ ਮਿਲ ਰਿਹਾ ਹੈ। ਤਾਂ ਹੀ ਤਾਂ ਆਪਾਂ ਨੂੰ ਆ ਪਤਾ ਲੱਗ ਰਿਹਾ ਵੀ ਆਹ ਚੀਜ਼ਾਂ ਤਾਂ ਆਪਣੇ ਅੰਦਰ ਬਰਕਰਾਰ ਭਰਪੂਰ ਹੈਗੀਆਂ। ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਏ, ਜਿਸ ਦੇ ਉੱਤੇ ਮਾਲਕ ਪਰਮਾਤਮਾ ਦੀ ਮਿਹਰ ਹੋ ਗਈ। ਮਾਇਆ ਮਿਹਰ, ਕਿਰਪਾ ਦ੍ਰਿਸ਼ਟੀ ਹੋ ਗਈ, ਮਿਹਰ ਹੋ ਗਈ ਉਸ ਹਰੀ ਰਾਏ ਦੀ। ਸਾ ਬੰਦੀ ਤੇ ਲਈ ਛਡਾਏ, ਉਹਨੂੰ ਧਿਆਨ ਸਿਮਰਨ ਮਿਲਦਾ ਹੈ, ਉਹਨੂੰ ਸਿਮਰਨ, ਉਹਨੂੰ ਸਾਧ ਸੰਗਤ ਆਉਂਦੀ ਹੈ, ਉਹਦੇ ਕੋਲ ਗੁਰੂ ਦੀ ਸੰਗਤ ਮਿਲਦੀ ਹੈ। ਸਾਹ ਬੰਦੀ ਤੇ ਲਈ ਛਡਾਏ, ਬੰਦੀ ਹੈਗੀ, ਇਹ ਬੰਧਨ ਹੈਗੇ। ਸਾਧ ਸੰਗੇ ਮਿਲ ਹਰ ਰਸ ਪਾਇਆ, ਉਹ ਸਾਧ ਸੰਗਤ ਦੇ ਨਾਲ ਮਿਲ ਕੇ
ਕਿੱਥੇ ਅੰਮ੍ਰਿਤ ਰਸ ਤੱਕ ਪਹੁੰਚ ਜਾਂਦਾ ਹੈ ਉਹ ਇਨਸਾਨ। ਆਪ ਗੁਣ ਦੂਰ ਹੋ ਜਾਂਦੇ ਆ, ਗੁਣ ਆ ਜਾਂਦੇ ਆ, ਗੁਣਾਂ ਦੇ ਨਾਲ ਸੌਦਾ ਮਿਲਣਾ ਹੈ। ਪਹਿਲਾ ਹੀ ਸ਼ਬਦ ਆਪਾਂ ਨੇ ਲਿਆ ਸੀਗਾ, ਜਾਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾਹ ਬੰਦੀ ਤੇ ਲਈ ਛਡਾਏ, ਸਾਧ ਸੰਗੇ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਹੋ ਕਾਇਆ। ਕਹਿੰਦੇ ਸਾਧ ਸੰਗਤ ਹੋ ਗਈ ਭਾਈ ਔਰ ਅੰਮ੍ਰਿਤ ਰਸ ਆ ਗਿਆ, ਉਹ ਸਰੀਰ, ਉਹ ਇਨਸਾਨੀ ਜਾਮਾ ਸਫਲ ਹੈ ਭਾਈ। ਆਖਰੀ ਬੰਦ, ਸਭ ਰੂਪ ਸਭ ਸੁਖ ਬਨੇ ਸੁਹਾਗਨ। ਲਓ ਹੁਣ ਸੁਹਾਗਣ ਹੋ ਗਈ, ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਕਹਿੰਦੇ ਸਾਰੇ ਰੂਪ ਸਾਰੇ ਸੋਹਣੀ ਹੋ ਗਈ ਪੂਰੀ, ਸਾਰੇ ਸੁਖ ਆ ਗਏ, ਸੁਹਾਗਵਤੀ ਹੋ ਗਈ। ਅਤ ਸੁੰਦਰ ਵਿਚਖਣ ਤੂੰ ਰਹਾਉ ਦੂਜਾ। ਕਹਿੰਦੇ ਇੰਨੀ ਸੋਹਣੀ ਹੋ ਗਈ। ਵਿਚਖਣ ਕਹਿੰਦੇ ਬਿਲਕੁਲ ਜਿਹੜੀ ਹੈਗੀ ਬਹੁਤ ਮੋਤੀਆਂ ਵਾਲੀ, ਬਹੁਤ ਹੀਰੇ ਜਵਾਹਰਾਤ ਵਾਲੀ, ਇੰਨੀ ਜਿਹੜੀ ਹੈਗੀ ਇੰਨੀ ਕੀਮਤ ਵਾਲੀ। ਸਭ ਰੂਪ ਸਭ ਸੁਖ ਬਨੇ ਸੁਹਾਗਨ, ਅਤ ਸੁੰਦਰ ਵਿਚਖਣ ਤੂੰ ਰਹਾਉ ਦੂਜਾ। आज ही 12 हो गए, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਹਾਂਜੀ ਵੀਰ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ